ਪ੍ਰਾਈਜ਼ ਦ ਲੋਰਡ। Amen. ਪ੍ਰਭੂ ਦਾ ਆਪਾਂ ਧੰਨਵਾਦ ਤੇ ਸ਼ੁਕਰ ਕਰਦੇ ਹਾਂ, ਪ੍ਰਭੂ ਦੀ ਵਡਿਆਈ ਕਰਦੇ ਹਾਂ ਉਹਦੀ ਕਿਰਪਾ ਵਾਸਤੇ, ਕਿਉਂਕਿ ਸੱਚੀ ਉਹਦੀ ਕਿਰਪਾ ਹੀ ਸਾਡੇ ਲਈ ਬਹੁਤ ਆ। Amen. Amen. ਉਹਦੀ ਕਿਰਪਾ ਦੇ ਨਾਲ ਹੀ ਅੱਜ ਆਪਾਂ ਜੀਂਦੇ ਹਾਂ ਤੇ ਉਹਦੀ ਕਿਰਪਾ ਦੇ ਨਾਲ ਹੀ ਅੱਜ ਆਪਾਂ ਇੱਥੇ ਫ੍ਰੀ ਕੰਟਰੀ ਦੇ ਵਿੱਚ ਹੈਗੇ ਹਾਂ, ਜਿੱਥੇ ਸਾਨੂੰ ਬਹੁਤ ਸਾਰੀਆਂ ਬਲੈਸਿੰਗਸ ਮਿਲ ਰਹੀਆਂ ਹੈ। ਤੇ ਆਪਾਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੇ ਬਚਨਾਂ ਵਾਸਤੇ ਜੋ ਸਾਨੂੰ ਬਾਰ-ਬਾਰ ਬਚਨ ਦੱਸਦੇ ਆ, ਤੇ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਵੀ ਕਰਦੇ ਹਾਂ Amen. ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਪ੍ਰਭੂ ਦੇ ਨਾਲ ਜੁੜਦੇ ਆ, ਸਾਨੂੰ ਹੌਸਲਾ ਅਫਜ਼ਾਈ ਕਰਦੇ ਆ ਤੇ ਇਹ ਲਿੰਕ ਵੀ ਦੂਜਿਆਂ ਤੱਕ ਸ਼ੇਅਰ ਕਰਦੇ ਆ। ਅਸੀਂ ਬਹੁਤ ਵਾਰੀ ਤੁਹਾਨੂੰ ਦੱਸਦੇ ਨਹੀਂ, ਪਰ ਜਦੋਂ ਤੁਸੀਂ ਲਿੰਕ ਸ਼ੇਅਰ ਕਰਦੇ ਹੋ ਉਹਦਾ ਬਹੁਤ ਸਾਰਾ ਫਲ ਇਕੱਠਾ ਹੋ ਰਿਹਾ ਆ। ਸੋ ਆਪਾਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦੇ ਜੀਵਨਾਂ ਵਾਸਤੇ, ਜਿੰਨੇ ਵੀ ਇਹਦੇ ਵਿੱਚ ਹਿੱਸਾ ਲੈਂਦੇ ਆ ਉਹ ਸਾਰਿਆਂ ਦਾ ਹੀ ਪ੍ਰਭੂ ਨੇ ਆਪਾਂ ਨੂੰ ਫਲ ਦੇਣਾ ਹੈ। Amen. ਸੋ ਆਪਾਂ ਇਸ ਨਵੇਂ ਦਿਨ ਵਾਸਤੇ ਵੀ ਧੰਨਵਾਦ ਕਰਦੇ ਹਾਂ ਔਰ ਫਿਰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਹ ਲਿੰਕ ਦੂਜਿਆਂ ਨਾਲ ਸ਼ੇਅਰ ਕਰੋ ਤੇ ਆਪ ਵੀ ਜ਼ਰੂਰ ਇਹਨੂੰ ਬੈਠ ਕੇ ਬਚਨਾਂ ਨੂੰ ਸੁਣਨਾ ਆ, ਤਾਂ ਕਿ ਜਦੋਂ ਅਸੀਂ ਬੈਠ ਕੇ ਸੁਣਦੇ ਹਾਂ, ਇਹਦਾ ਖਿਆਲ ਕਰਦੇ ਹਾਂ ਤੇ ਪ੍ਰਭੂ ਸਾਨੂੰ ਨਵੀਆਂ ਚੀਜ਼ਾਂ ਵੀ ਸਿਖਾਉਂਦੇ ਆ ਜਿਹੜੀਆਂ ਅਸੀਂ ਮਿਸ ਕਰ ਸਕਦੇ ਹਾਂ। Amen. Yes. ਤੁਸੀਂ ਉਹਦੇ ਵਿੱਚ ਹੋਰ ਪ੍ਰਭੂ ਤੁਹਾਨੂੰ ਬਰਕਤ ਦੇ That's ਸਕਦਾ ਹੈ। right. Yes. ਸੋ ਆਪਾਂ ਰਲ ਕੇ ਪ੍ਰਭੂ ਦੀ ਸੇਵਾ ਕਰਦੇ ਹਾਂ, ਇੱਕ ਦੂਜੇ ਨਾਲ ਦੱਸਦੇ ਹਾਂ, ਕਿਉਂਕਿ ਇਹ ਇਕੱਲਾ ਇਹ ਨਹੀਂ ਹੈਗਾ ਵੀ ਪਾਸਟਰ ਜੀ ਬੈਠ ਗਿਆ ਤੇ ਉਹਨੇ ਸਾਨੂੰ ਵਚਨ ਦੱਸ ਦਿੱਤਾ, ਨਹੀਂ, ਪ੍ਰਭੂ ਦਾ ਆਤਮਾ ਆਪਣੇ ਸਾਰਿਆਂ ਦੇ ਕੋਲ ਆ Amen. ਤੇ ਆਪਾਂ ਸਾਰਿਆਂ ਨੂੰ ਪ੍ਰਭੂ ਨੇ ਕੋਈ ਨਾ ਕੋਈ ਆਪਣੇ ਵਾਸਤੇ ਕੰਮ ਰੱਖਿਆ ਆ, ਜਿਹਦੇ ਵਿੱਚ ਆਪਾਂ ਰਲ ਕੇ ਪ੍ਰਭੂ ਦੀ ਸੇਵਾ ਕਰਨੀ। ਸੇਵਾ ਇਹ ਆ ਕਿ ਅਸੀਂ ਦੂਜਿਆਂ ਤੱਕ ਪ੍ਰਭੂ ਦਾ ਵਚਨ ਲੈ ਕੇ ਜਾਣਾ, ਤੇ ਜਿਹੜੇ ਟੁੱਟੇ ਹੋਏ ਆ, ਜਿਹੜੇ ਇਸ ਵੇਲੇ ਘਸਮਾਨ ਦੇ ਵਿੱਚ ਆ, ਆਪਾਂ ਉਹਨਾਂ ਦੀ ਮਦਦ ਕਰ ਸਕੀਏ, ਯਿਸੂ ਮਸੀਹ ਦਾ ਪਿਆਰ ਉਹਨਾਂ ਤੱਕ ਲਿਜਾ ਸਕੀਏ, Yep. ਯਿਸੂ ਮਸੀਹ ਦਾ ਜਿਹੜੀ ਕੁਰਬਾਨੀ ਉਹਨੇ ਦਿੱਤੀ ਹੈ, ਜਿਹੜਾ ਰਾਹ ਬਣਾਇਆ ਆ, ਉਹ ਰਾਹ ਬਾਰੇ ਦੂਜਿਆਂ ਨੂੰ ਦੱਸ ਸਕੀਏ। ਆਮੇਨ। ਤੇ ਆ ਜਾਓ ਆਪਾਂ ਹੁਣ ਪ੍ਰਭੂ ਦੇ ਬਚਨ ਵੱਲ ਨੂੰ ਜਾਂਦੇ ਹਾਂ ਤੇ ਪ੍ਰਾਰਥਨਾ ਵੀ ਕਰਦੇ ਹਾਂ, ਤੇ ਉਸ ਤੋਂ ਬਾਅਦ ਆਪਾਂ ਪਾਸਟਰ ਜੀ ਤੋਂ ਸੁਣਾਂਗੇ ਅੱਜ ਪ੍ਰਭੂ ਜੀ ਦਾ ਵਚਨ ਸਾਡੇ ਲਈ ਕਿੱਦਾਂ ਕੀ ਲੈ ਕੇ ਆ ਰਿਹਾ ਆ। Amen. ਕਿਉਂਕਿ ਹਰ ਰੋਜ਼ ਜਦੋਂ ਆਪਾਂ ਖਾਣਾ ਵੀ ਖਾਂਦੇ ਆ ਸਾਡੇ ਸਰੀਰ ਨੂੰ ਤਾਜ਼ਗੀ ਮਿਲਦੀ ਆ। ਮੈਂ ਦੱਸਦੇ ਹਟੀ ਆ ਕਿ ਮੈਨੂੰ ਫੇਰ ਭੁੱਖ ਲੱਗੀ ਆ, ਆਪਾਂ ਨੂੰ ਬਹੁਤ ਵਾਰੀ ਭੁੱਖ ਲੱਗ ਜਾਂਦੀ ਹੈ Yep. ਤੇ ਪਰ ਸੈਡ ਵਾ ਕਿ ਸਾਨੂੰ ਪ੍ਰਭੂ ਦੇ ਵਚਨਾਂ ਦੀ ਘੱਟ ਭੁੱਖ ਲੱਗਦੀ ਆ। ਮੈਂ ਸਾਰਿਆਂ ਨੂੰ ਨਹੀਂ ਕਹਿੰਦੀ, ਕਈਆਂ ਨੂੰ ਬਹੁਤ ਸਾਰੀ ਲੱਗਦੀ ਆ, ਕਈਆਂ ਨੂੰ ਮੇਰੇ ਵਰਗਿਆਂ ਨੂੰ ਖਾਣੇ ਤੇ ਜ਼ਿਆਦਾ ਧਿਆਨ ਰਹਿ ਜਾਂਦਾ ਆ ਤੇ ਵਚਨਾਂ ਦੇ ਪਿੱਛੇ ਮਗਰੋਂ ਆਉਂਦੀ ਵਾਰੀ। ਪਰ ਜਿਨ੍ਹਾਂ ਨੂੰ ਪ੍ਰਭੂ ਦੇ ਵਚਨਾਂ ਦੀ ਭੁੱਖ ਲੱਗਦੀ ਆ, ਉਹ ਭੁੱਖ ਇੱਦਾਂ ਦੀ ਆ ਕਿ ਉਹ ਤ੍ਰਿਪਤ ਕਰ ਦਿੰਦੀ ਆਪਾਂ ਨੂੰ। ਆਮੇਨ। Yep. ਸੋ ਆ ਜਾਓ ਆਪਾਂ ਪ੍ਰਭੂ ਦੇ ਵਚਨ ਨੂੰ ਦੇਖਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਪ੍ਰਾਰਥਨਾ ਕਰਦੇ ਹਾਂ, ਤੇ ਜ਼ਰੂਰ ਤੁਸੀਂ ਇਹ ਲਿੰਕ ਦੂਜਿਆਂ ਨੂੰ ਸ਼ੇਅਰ ਕਰ ਰਹੇ ਹੋਵੋਗੇ ਤੇ ਪ੍ਰਭੂ ਤੁਹਾਨੂੰ ਬਲੈਸ ਕਰੇ। Yep. ਇਹ ਹੈਗਾ ਯਸ਼ਾਇਆ, ਜਿਹਨੂੰ ਇੰਗਲਿਸ਼ ਦੇ ਵਿੱਚ ਅਸਾਇਆ ਕਿਹਾ ਜਾਂਦਾ ਹੈ ਮੇਰੇ ਖਿਆਲ, ਤੇ ਚੈਪਟਰ 1 ਆ, ਉਹਦਾ ਚੈਪਟਰ 1 ਤੇ ਉਹਦੀ ਪਹਿਲੀ ਆਇਤ ਤੋਂ ਲੈ ਕੇ ਆਪਾਂ 20 ਆਇਤਾਂ ਪੜਾਂਗੇ। ਠੀਕ ਹੈ ਜੀ। ਯਸ਼ਾਇਆ ਚੈਪਟਰ 1 verse 1 until 20। ਆਮੋਸ ਦੇ ਪੁੱਤਰ ਯਸਾਇਆ ਦਾ ਦਰਸ਼ਨ, ਜਿਹੜਾ ਉਹਨੇ ਯਹੂਦਾ ਤੇ ਯਰੂਸ਼ਲਮ ਦੇ ਵਿਖੇ ਐਕਸਕਿਊਜ਼ ਮੀ ਉਜੀਆ, ਯੋਥਾਮ, ਆਹਾਜ਼ ਅਤੇ ਹਿਜ਼ਕੀਆ ਯਹੂਦਾ ਦੇ ਪਾਤਸ਼ਾਹ ਦੇ ਦਿਨੀ ਵੇਖਿਆ। Yep. ਹੇ ਆਕਾਸ਼ ਸੁਣ ਅਤੇ ਹੇ ਧਰਤੀ ਕੰਨ ਲਾ, ਯਹੋਵਾ ਇਉਂ ਫਰਮਾਉਂਦਾ ਹੈ, ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਪਰ ਉਹ ਮੇਤੋਂ ਆਕੀ ਹੋ ਗਏ। ਬਲਦ ਆਪਣੇ ਮਾਲਕ ਨੂੰ ਅਤੇ ਖੋਤਾ ਆਪਣੇ ਸਾਈਂ ਦੀ ਖੋਰਲੀ ਨੂੰ ਜਾਣਦਾ ਹੈ, ਪਰ ਇਸਰਾਇਲ ਨਹੀਂ ਜਾਣਦਾ, ਮੇਰੀ ਪ੍ਰਜਾ ਨਹੀਂ ਸੋਚਦੀ। ਹਾਏ ਪਾਪੀ ਕੌਮ, ਬਦੀ ਨਾਲ ਲੱਦੇ ਹੋਏ ਲੋਕ, ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤਰ, ਉਹਨਾਂ ਨੇ ਯਹੋਵਾ ਨੂੰ ਤਿਆਗ ਦਿੱਤਾ, ਉਹਨਾਂ ਨੇ ਇਸਰਾਇਲ ਦੇ ਪਵਿੱਤਰ ਪੁਰਖ ਨੂੰ ਤੁੱਛ ਜਾਣਿਆ, ਉਹ ਉੱਕੇ ਹੀ ਬੇਮੁਖ ਹੋ ਗਏ। Amen. ਤੁਸੀਂ ਕਿਉਂ ਹੋਰ ਮਾਰ ਖਾਓਗੇ, ਧਰਮ ਤੋਂ ਮੁੱਕਰਦੇ ਜਾਓਗੇ। ਸਾਰਾ ਸਿਰ ਬਿਮਾਰ ਹੈ ਅਤੇ ਸਾਰਾ ਦਿਲ ਕਮਜ਼ੋਰ ਹੈ, ਪੈਰ ਦੀ ਤਲੀ ਤੋਂ ਸਿਰ ਤਾਈਂ ਉਸ ਵਿੱਚ ਤੰਦਰੁਸਤੀ ਨਹੀਂ। ਸੱਟ ਚੋਟ ਅਤੇ
ਕੱਚੇ ਘਾਹ ਉਹ ਨਾ ਨਪੀਤੇ ਗਏ, ਨਾ ਬੰਨੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ। ਤੁਹਾਡਾ ਦੇਸ਼ ਉਜਾੜ ਹੈ, ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ। ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜ਼ਮੀਨ ਨੂੰ ਖਾਈ ਜਾਂਦੇ ਹਨ, ਅਤੇ ਉਜਾੜ ਹੈ ਵੀ ਜਾਣੋ ਪਰਦੇਸੀ ਨੇ ਉਹਨੂੰ ਪਲਟਾ ਦਿੱਤਾ ਹੈ। ਸਿਯੋਨ ਦੀ ਧੀ ਅੰਗੂਰੀ ਬਾਗ ਦੇ ਛੱਪਰ ਵਾਂਗ ਛੱਡੀ ਗਈ, ਕਕੜੀਆਂ ਦੇ ਖੇਤ ਦੀ ਕੁੱਲੀ ਵਾਂਗ, ਜਾਂ ਘੇਰੇ ਹੋਏ ਨਗਰ ਵਾਂਗ। ਜੇ ਸੈਨਾ ਦਾ ਯਹੋਵਾ ਸਾਡੀ ਕੁਝ ਰਹਿੰਦ ਖੂੰਹਦ ਨੂੰ ਛੱਡਦਾ ਤਾਂ ਅਸੀਂ ਸਦੂਮ ਵਰਗੇ ਹੁੰਦੇ, ਅਮੁਰਾ ਜਿਹੇ ਹੋ ਜਾਂਦੇ। ਹੇ ਸਦੂਮ ਨੂੰ ਦੇ ਆਗੂਓ, ਯਹੋਵਾ ਦਾ ਵਚਨ ਸੁਣੋ। ਹੇ ਅਮੁਰਾ ਦੇ ਲੋਕੋ, ਸਾਡੇ ਪਰਮੇਸ਼ਰ ਦੀ ਵਿਵਸਥਾ ਤੇ ਕੰਨ ਲਾਓ। ਮੈਨੂੰ ਤੁਹਾਡੀਆਂ ਬਲੀਆਂ ਦੀ ਬਾਫਰੀ ਨਾਲ ਕੀ ਕੰਮ? ਯਹੋਵਾ ਆਖਦਾ ਹੈ, ਮੈਂ ਤਾਂ ਸ਼ਤਰੀਆਂ ਦੀਆਂ ਹੋਮ ਬਲੀਆਂ ਨਾਲ ਅਤੇ ਪਲੇ ਹੋਏ ਪਸ਼ੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ। ਬਲਦਾਂ ਜਾਂ ਲੇਲਿਆਂ ਜਾਂ ਬੱਕਰੀਆਂ ਦੇ ਲਹੂ ਨਾਲ ਮੈਂ ਪ੍ਰਸੰਨ ਨਹੀਂ ਹਾਂ। ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ ਤਾਂ ਤੁਹਾਡੀ ਵੱਲੋਂ ਕਿਸੇ ਨੇ ਚਾਹਿਆ ਵੀ ਤੁਸੀਂ ਮੇਰੇ ਵਿਹੜਿਆਂ ਨੂੰ ਮਿੱਧੋ, ਅੱਗੇ ਨੂੰ ਵਿਅਰਥ ਚੜਾਵੇ ਨਾ ਲਿਆਓ। ਧੂਪ ਉਹ ਮੇਰੇ ਲਈ ਘਿਨਾਉਣੀ ਹੈ। ਅਮੱਸਿਆ ਅਤੇ ਸਬਤ ਸੰਗਤਾਂ ਦਾ ਜੋੜ ਮੇਲਾ ਵੀ ਮੈਂ ਬਦੀ ਅਤੇ ਧਰਮ ਸਭਾ ਚੱਲ ਨਹੀਂ ਸਕਦਾ। ਤੁਹਾਡੀਆਂ ਅਮੱਸਿਆ ਅਤੇ ਤੁਹਾਡੇ ਮਿਥੇ ਹੋਏ ਪਰਵਾਂ ਤੋਂ ਮੇਰੇ ਜੀ ਨੂੰ ਸੂਗ ਆਉਂਦੀ ਹੈ। ਉਹ ਮੇਰੇ ਲਈ ਖੇਚਲ ਹਨ। ਚੁੱਕਦੇ ਚੁੱਕਦੇ ਮੈਂ ਥੱਕ ਗਿਆ। ਜਦ ਤੁਸੀਂ ਆਪਣੇ ਹੱਥ ਅੱਡੋਗੇ ਤਾਂ ਮੈਂ ਤੁਹਾਤੋਂ ਆਪਣੀ ਅੱਖ ਮੀਚ ਲਵਾਂਗਾ। ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ। ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ। ਨਹਾ ਆਪਣੇ ਆਪ ਨੂੰ ਪਾਕ ਕਰੋ। ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ। ਬੁਰਿਆਈ ਨੂੰ ਛੱਡੋ, ਨੇਕੀ ਸਿੱਖੋ। ਨਿਆਂ ਨੂੰ ਭਾਲੋ, ਜ਼ਾਲਮ ਨੂੰ ਸਿੱਧਾ ਕਰੋ। ਯਤੀਮ ਦਾ ਨਿਆਂ ਕਰੋ, ਵਿਧਵਾ ਦਾ ਮੁਕੱਦਮਾ ਲੜੋ। ਆਓ ਅਸੀਂ ਸਲਾਹ ਕਰੀਏ। ਯਹੋਵਾ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚੀ ਜਿਹੇ ਹੋਣ, ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ। ਭਾਵੇਂ ਉਹ ਮਜੀਠ ਜਿਹੇ ਲਾਲ ਹੋਣ, ਉਹ ਉੱਨ ਜਿਹੇ ਹੋ ਜਾਣਗੇ। ਜੇ ਤੁਸੀਂ ਖੁਸ਼ੀ ਨਾਲ ਮੰਨੋ, ਤੁਸੀਂ ਧਰਤੀ ਦੇ ਪਦਾਰਥ ਖਾਓਗੇ, ਪਰ ਜੇ ਤੁਸੀਂ ਮੁੱਕਰ ਜਾਓ ਤੇ ਆਕੀ ਹੋ ਜਾਓਗੇ। ਤੁਸੀਂ ਤਲਵਾਰ ਨਾਲ ਵੱਢੇ ਜਾਓਗੇ। ਇਹ ਤਾਂ ਯਹੋਵਾ ਦਾ ਮੁੱਖ ਵਾਕ ਹੈ। ਆਮੇਨ। Amen. Amen. Yes. ਪ੍ਰਾਈਜ਼ ਦ ਲਾਰਡ। ਅੱਜ ਆਪਾਂ ਹੁਣ ਪ੍ਰਾਰਥਨਾ ਕਰਦੇ ਹਾਂ ਤੇ ਬਾਕੀ ਦਾ ਸਮਾਂ ਫਿਰ ਆਪਾਂ ਪਾਸਟਰ ਜੀ ਨੂੰ ਦਿੰਦੇ ਹਾਂ। ਆਪਾਂ ਸਾਰਿਆਂ ਨੇ ਆਪਣੇ ਆਪ ਨੂੰ ਹੋਰ ਚੀਜ਼ਾਂ ਤੋਂ ਵੇਲ ਕੱਢ ਕੇ ਪ੍ਰਭੂ ਦੇ ਹਜ਼ੂਰੀ ਦੇ ਵਿੱਚ ਬੈਠਣਾ ਆ, ਤਾਂ ਕਿ ਪਿਤਾ ਪਰਮੇਸ਼ਰ ਦੀ ਆਵਾਜ਼ ਸਾਨੂੰ ਸੁਣ ਸਕੇ। Amen. That's right. ਸੱਚੇ ਪਿਤਾ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਇਸ ਟਾਈਮ ਵਾਸਤੇ, ਅੱਜ ਦੇ ਦਿਨ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ, ਔਰ ਤੁਹਾਡੀ ਕਿਰਪਾ ਸਾਡੇ ਤੇ ਬਣਾਈ ਰੱਖੀ ਹੈ। ਇਸ ਕਿਰਪਾ ਦੇ ਵਿੱਚ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਕਿਉਂਕਿ ਤੁਹਾਡੀ ਕਿਰਪਾ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੀ। ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੀ ਹਾਂ ਕਿ ਤੁਸੀਂ ਸੱਚਮੁੱਚ ਆਪਣੇ ਲੋਕਾਂ ਨੂੰ ਆਪਣੇ ਵੱਲ ਨੂੰ ਖਿੱਚ ਰਹੇ ਹੋ। ਤੇ ਮੈਂ ਧੰਨਵਾਦ ਕਰਦੀ ਪ੍ਰਭੂ ਜੀ, ਸਾਡੇ ਪਾਪ ਜਿਹੜੇ ਤੁਸੀਂ ਕ੍ਰਾਸ ਦੇ ਉੱਤੇ ਯਿਸੂ ਮਸੀਹ ਦੇ ਉੱਤੇ ਲੱਦ ਦਿੱਤੇ ਤੇ ਉਹਨਾਂ ਨੇ ਸਾਡੇ ਪਾਪਾਂ ਦੀ ਸਜ਼ਾ ਚੱਕੀ ਆ। ਤਾਂ ਹੀ ਪ੍ਰਭੂ ਜੀ ਅਸੀਂ ਤੇਰੀ ਇਸ ਕਿਰਪਾ ਦੇ ਵਿੱਚ ਆ ਕੇ ਤੇ ਤੋਂ ਸਦਾ ਦਾ ਜੀਵਨ ਲੈ ਸਕਦੇ ਹਾਂ। ਬਸ ਸਾਡੀ ਮਦਦ ਕਰੋ ਪ੍ਰਭੂ ਜੀ। ਸਾਡੇ ਕੰਨ ਜਿਹੜੇ ਆ ਤੁਹਾਡੀ ਆਵਾਜ਼ ਸੁਣਨ ਨੂੰ ਕਾਲੇ ਹੋਣ, ਔਰ ਸਾਡੇ ਕੰਮ ਜਿਹੜੇ ਆ ਉਹ ਤੁਹਾਨੂੰ ਭਾਉਂਦੇ ਹੋਣ। ਪ੍ਰਭੂ ਤੁਸੀਂ ਆਓ ਤੇ ਸਾਡੀ ਮਦਦ ਕਰੋ। ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ, ਨੌਜਵਾਨ ਬੱਚੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਆ, ਪ੍ਰਭੂ ਨੇ ਸਾਰਿਆਂ ਦੀ ਮਦਦ ਕਰਨੀ ਕਿ ਸੱਚਮੁੱਚ ਸਾਡੇ ਕੰਨ ਖੁੱਲੇ ਹੋਣ ਤੇ ਅਸੀਂ ਤੁਹਾਡੇ ਵਚਨ ਸੁਣ ਕੇ ਪੂਰਾ ਕਰਨ ਵਾਲੇ ਬਣ ਸਕੀਏ, ਤੁਹਾਡੇ ਆਖੇ ਲੱਗਣ ਵਾਲੇ ਬਣ ਸਕੀਏ। ਅਸੀਂ ਇਹ ਪਿਤਾ ਪਰਮੇਸ਼ਰ ਜੀ ਕੋਲੋਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਕਿ ਜਿੰਨੇ ਵੀ ਜੁੜੇ ਆ, ਸਾਨੂੰ ਸਾਰਿਆਂ ਨੂੰ ਇਹ ਬਚਨ ਦੀ ਸਮਝ ਲੱਗੇ। ਤੇ ਪਿਤਾ ਪ੍ਰਭੂ ਜੀ, ਤੁਸੀਂ ਆਪਣੇ ਦਾਸ ਦੀ ਮਦਦ ਕਰਨੀ। ਜਦੋਂ ਮੂੰਹ ਖੋਲਦੇ ਆ, ਜਿੱਥੇ ਉਹ ਅਟਕਦੇ ਆ, ਜਿੱਥੇ ਤੇਰੀ ਮਰਜ਼ੀ ਦੇ ਅੱਖਰ ਨਹੀਂ ਹੈਗੇ, ਉਹ ਉੱਥੋਂ ਪਰੇ ਹੋਣ। ਪਰ ਜੋ ਤੁਹਾਡਾ ਪਲਾਨ ਹੋ, ਜੋ ਤੁਹਾਡਾ ਪਰਪਸ ਅੱਜ ਲਈ, ਉਹ ਵਚਨ
ਤੁਹਾਡੇ ਜਿਹੜੇ ਮਸਾ ਕੀਤੇ ਆ ਤੁਸੀਂ ਆਪਣੇ ਦਾਸ ਦੇ ਮੂੰਹ ਦੇ ਵਿੱਚ ਪਾਉਣੇ। ਧੰਨਵਾਦ ਕਰਦੀ ਕਿ ਬੋਲਣ ਵਾਲੇ ਉਹ ਨਹੀਂ, ਪਰ ਤੁਹਾਡਾ ਪਵਿੱਤਰ ਆਤਮਾ ਉਹਨਾਂ ਨੂੰ ਗਾਈਡ ਕਰ ਸਕੇ। ਤੁਹਾਡੀ ਵਡਿਆਈ ਤੇ ਤੁਹਾਡੀ ਸਤੁਤੀ ਹੋਵੇ ਤੇ ਤੇਰੇ ਲੋਕਾਂ ਦੀ ਮਦਦ ਹੋ ਸਕੇ। ਅਸੀਂ ਇਹ ਆਪਣੇ ਪਿਤਾ ਪਰਮੇਸ਼ਰ ਕੋਲੋਂ ਯਿਸੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ ਮੰਗਦੇ ਤੇ ਪਾਉਂਦੇ ਹਾਂ, ਆਮੀਨ। Amen. Amen. Praise Thank the you, Lord. Father. ਹਾਂਜੀ, praise the Lord. Okay, praise the Lord. ਬਹੁਤ ਖੁਸ਼ੀ ਆ ਆਪਾਂ ਇਸ ਟੀਚਿੰਗ ਤੇ ਇਸ ਤੇ ਆਏ, ਸਿੱਖਿਆ ਲੈਂਦੇ ਆਏ ਆ ਜਿਹੜੇ the last or the signs of the end times, ਜਿਹੜੇ ਅਖੀਰਲੇ ਦਿਨਾਂ ਦੇ ਸਾਈਨਸ ਉਹਦੇ ਬਾਰੇ ਆਪਾਂ ਦੇਖਦੇ ਆਏ ਆ। ਤੇ ਹੱਲੇ ਵੀ ਉਹ ਕਵਰ ਨਹੀਂ ਆਪਾਂ ਸਾਰੇ ਕਰ ਸਕਦੇ ਹੈਗੇ, ਪਰ ਨਾਲ ਆਪਾਂ ਇਹ ਵੀ ਕਵਰ ਕਰਨਾ ਸੀਗਾ ਜਿਹੜਾ ਆਪਾਂ ਇਸ ਹਫਤੇ ਆਪਾਂ ਪਿਛਲੇ ਹਫਤੇ ਸ਼ੁਰੂ ਕੀਤਾ ਸੀ, ਇਸ ਹਫਤੇ ਆਪਾਂ ਕੰਟੀਨਿਊ ਕਰਨਾ ਆ। ਤੇ ਦੋ ਚੀਜ਼ਾਂ ਬਰਾਬਰ ਹੋ ਰਹੀਆਂ ਆ। ਉਹ ਕੀ ਸੀਗਾ? ਇੱਕ ਰਿਵਾਈਵਲ ਆ ਗਿਆ ਇਸ ਵੇਲੇ ਆਇਆ ਆ, ਜਿਹਦੇ ਨਾਲ ਮਿਲੀਅਨਸ ਹੀ ਲੋਕ ਪਰਮੇਸ਼ਰ ਦੇ ਕੋਲ ਆਈ ਜਾਂਦੇ ਆ। ਤੇ ਫਿਰ ਨਾਲ ਦੀ ਨਾਲ ਜਿੱਦਾਂ ਆਪਾਂ ਦੇਖਿਆ ਸੀ, ਆਪਾਂ ਸਟੱਡੀ ਕਰਕੇ, ਇੱਕ ਫੋਲਿੰਗ ਅਵੇ ਵੀ ਹੋ ਰਹੀ ਆ, ਜਿਹੜੇ ਪ੍ਰਭੂ ਤੋਂ ਪਰੇ ਹਟ ਰਹੇ ਆ। ਤੇ ਉਹ ਕਈ ਵਾਰੀ ਜਦੋਂ ਆਪਾਂ ਇਦਾਂ ਦੇਖਦੇ ਆ ਪ੍ਰਭੂ ਤੋਂ ਪਰੇ ਹਟ ਰਹੇ, ਤੇ ਸਾਨੂੰ ਇਦਾਂ ਲੱਗਦਾ ਹੁੰਦਾ ਵੀ ਜਿੱਦਾਂ ਉਹ ਹੁਣ ਕ੍ਰਿਸਚੀਅਨ ਨਹੀਂ ਹੈਗੇ, ਹੁਣ ਉਹ ਛੱਡ ਕੇ ਹੋਰ ਕਿਤੇ ਚਲ ਗਏ। ਨਹੀਂ, ਉਹ ਰੋਂਗ। ਆਪਾਂ ਜਿੱਦਾਂ ਸਟੱਡੀ ਕਰਕੇ ਦੇਖਿਆ ਸੀਗਾ, ਪੌਲ ਉਹ ਸਮਝਾਉਂਦਾ ਆ ਤਿਮੋਥੀ ਦੀ ਕਿਤਾਬ ਦੇ ਵਿੱਚ, ਕਹਿੰਦਾ ਉਹ ਦੇ ਆਰ ਫੋਲੋਇੰਗ ਡਾਕਟਰੀਨਸ ਆਫ ਡੀਮਨਸ, ਜਾਂ ਗਲਤ ਡਾਕਟਰੀਨਸ ਵਿੱਚ ਪੈ ਗਏ ਆ, ਜਿਹੜੇ ਉਹਨਾਂ ਨੂੰ ਪਰਮੇਸ਼ਰ ਤੋਂ ਦੂਰ ਕਰ ਦਿੱਤਾ, ਤੇ ਜਿਹੜੇ ਉਹ ਇਸ ਵੇਲੇ ਗੁਆਚੇ ਹੋਏ ਆ। ਤਾਂ ਸੋ ਉਹ ਕਹਿੰਦਾ ਸੀ ਇਹ ਨਾਲ ਦੇ ਨਾਲ ਹੋ ਰਿਹਾ। ਸੱਚੀ ਆਪਾਂ ਦੇਖਿਆ, ਬਹੁਤ ਸਾਇੰਸ ਦੇਖੇ ਸੀਗੇ ਪਿਛਲੇ 2-3 ਹਫ਼ਤਿਆਂ ਦੇ ਵਿੱਚ, ਆਪਾਂ ਸਾਇੰਸ ਦੇਖੇ ਆ ਕਿੰਨੇ ਲੋਕੀ ਇਸ ਗਲਤੀ ਦੇ ਵਿੱਚ ਪਏ ਹੋਏ ਆ। ਤੇ ਹੁਣ ਆਪਾਂ ਦੇਖਦੇ ਆ ਜਿਹੜਾ ਰਿਵਾਈਵਲ ਆ ਰਿਹਾ ਆ, ਤੇ ਕਿੰਨੇ ਲੋਕੀ ਯਿਸੂ ਮਸੀਹ ਦੇ ਕੋਲ ਆ ਰਹੇ ਆ। ਤੇ ਉਹਦੇ ਬਾਰੇ ਆਪਾਂ ਦੇਖਣਾ ਆ ਬਈ ਰਿਵਾਈਵਲ ਕੀ ਹੁੰਦਾ ਆ, ਕੀ ਉਹਦੇ ਸਾਈਨਸ ਹੁੰਦੇ ਆ, ਕਿੱਦਾਂ ਜਿੱਦਾਂ ਆਪਾਂ ਉਹ ਦੂਏ ਤਰ੍ਹਾਂ ਦੇਖਦੇ ਸੀ, ਹੁਣ ਦੇਖਣਾ ਕਿੱਦਾਂ ਉਹ ਪਛਾਣ ਹੁੰਦਾ ਆ, ਤੇ ਕਿੱਦਾਂ ਅਸੀਂ ਉਹਦੇ ਵਿੱਚ ਇਨਵੋਲਵਡ ਹੋ ਸਕਦੇ, ਅਸੀਂ ਉਹਦੇ ਵਿੱਚ ਕਿੱਦਾਂ ਹਿੱਸਾ ਲੈ ਸਕਦੇ ਆ। ਸੋ ਇਹ ਆਪਾਂ ਇਸ ਹਫ਼ਤੇ ਦੇਖਾਂਗੇ, ਤੇ ਫਿਰ ਆਪਾਂ ਦੇਖਾਂਗੇ ਕਿ ਪ੍ਰਭੂ ਆਪਾਂ ਨੂੰ ਕਿੱਦਾਂ ਲੀਡ ਕਰਦਾ ਹੈ। ਸੋ ਇਹ ਜਿਹੜੇ ਮਿਲੀਅਨਸ ਹੀ ਲੋਕ ਪ੍ਰਭੂ ਦੇ ਕੋਲ ਇਸ ਵੇਲੇ ਆ ਰਹੇ ਆ, ਕਈ ਵਾਰੀ ਜਦੋਂ ਆਪਾਂ ਜਿਹੜਾ ਨੋਰਮਲ ਮੀਡੀਆ ਉੱਤੇ ਦੇਖਦੇ ਉੱਤੇ ਕੁਝ ਨਹੀਂ ਦੱਸਦੇ ਹੈਗੇ, ਪਰ ਜੇ ਤੁਸੀਂ ਇਹ ਚੀਜ਼ਾਂ ਪਾਲਣੀਆਂ ਟੋਲਣੀਆਂ ਚਾਹੁੰਦੇ ਆ, ਤੁਸੀਂ ਇੰਟਰਨੈਟ ਤੇ ਜਾ ਕੇ ਦੇਖ ਸਕਦੇ ਆ ਕਰਕੇ। ਜਿਹੜਾ ਜਿੰਨਾ ਵੀ ਮੀਡੀਆ ਆ, ਇਹ ਪਰਮੇਸ਼ਰ ਦੇ ਹੱਥ ਵਿੱਚ ਨਹੀਂ ਹੈਗਾ, ਚਰਚ ਦੇ ਹੱਥ ਵਿੱਚ ਨਹੀਂ ਹੈਗਾ, ਕਿਸੇ ਕ੍ਰਿਸਚੀਅਨ ਕੰਟਰੀ ਦੇ ਹੱਥ ਵਿੱਚ ਨਹੀਂ ਹੈਗਾ, ਇਹ ਸ਼ੈਤਾਨ ਦੇ ਹੱਥ ਵਿੱਚ ਆ, ਤੇ ਉਹ ਕੰਟਰੋਲ ਦੇ ਵਿੱਚ ਰੱਖਦਾ ਆ। ਜੇ ਤੁਸੀਂ ਮੇਰੀ ਨਹੀਂ ਮੰਨਦੇ ਹੈਗੇ, ਤੁਸੀਂ ਜਦੋਂ ਮਰਜ਼ੀ ਦੇਖ ਲਿਓ, ਜਿਹੜੀ ਚੰਗੀ ਚੀਜ਼ ਹੁੰਦੀ ਆ ਉਹਨੇ ਕਦੇ ਬਹੁਤ ਘੱਟ ਦੱਸਣੀ ਨਹੀਂ ਹੈਗੀ, ਪਰ ਉਹਨੇ ਹਰ ਵੇਲੇ ਮੰਦੀਆਂ ਹੀ ਚੀਜ਼ਾਂ ਦੱਸਣੀਆਂ। ਸੋ ਇਹ ਤੁਸੀਂ ਦੇਖਿਓ, ਜਿੰਨਾ ਮਰਜ਼ੀ ਮੀਡੀਆ ਚੰਗਾ ਲੱਗਦਾ ਆ, ਕਈ ਵਾਰੀ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ, ਪਰ ਉਹ ਅਖੀਰ ਦੇ ਵਿੱਚ ਉਹ ਸ਼ੈਤਾਨ ਦੇ ਇਨਸਟਰੂਮੈਂਟਸ ਆ, ਤੇ ਉਹਨੂੰ ਫੋਲੋ ਕਰ ਰਹੇ ਆ। ਤੇ ਸੋ ਉਹਦੇ ਵਿੱਚ ਆਪਾਂ ਦੇਖਾਂਗੇ, ਤੇ ਪ੍ਰਭੂ ਦੀ ਕਿਰਪਾ ਦੇ ਨਾਲ ਆਪਾਂ ਦੇਖਦੇ ਹਾਂ ਬਈ ਜਿਹੜਾ ਰਿਵਾਈਵਲ ਆਪਾਂ ਅੱਖਰ ਵਰਤਦੇ ਹਾਂ, ਤੇ ਉਹਦਾ ਕੀ ਮਤਲਬ ਹੁੰਦਾ, ਕਿੱਦਾਂ ਉਹ ਆਉਂਦਾ ਆ। ਇਹ ਇੱਕ ਪੰਜਾਬ ਦੇ ਵਿੱਚ ਬਹੁਤ ਵੱਡਾ ਰਿਵਾਈਵਲ ਆਇਆ ਸੀਗਾ, ਜਿਹੜਾ 1904 ਦੇ ਵਿੱਚ ਸ਼ੁਰੂ ਹੋਇਆ ਸੀ, ਜਿੱਥੇ ਉਸ ਵੇਲੇ ਜਿਹੜੇ ਬਹੁਤ ਕ੍ਰਿਸਚੀਅਨ ਸੀਗੇ, ਜਿਹੜੇ ਪ੍ਰਭੂ ਨਾਲ ਚੱਲਣ ਵਾਲੇ ਸੀਗੇ, ਉਹਨੇ ਡਿਸਾਈਡ ਕੀਤਾ, ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਬਧਾਰੀ ਆਵੇ, ਇੱਕ ਰਿਵਾਈਵਲ ਆਵੇ ਪੰਜਾਬ ਦੇ ਵਿੱਚ। ਸੋ ਸੋਚਦੇ ਵੀ ਕੀ ਕਰਨਾ ਚਾਹੀਦਾ। ਉਹਨੇ ਸਿਆਲਕੋਟ ਦੇ ਵਿੱਚ ਬਹੁਤ ਵਧੀਆ ਵੱਡਾ ਕਨਵੈਨਸ਼ਨ ਕੀਤਾ। ਹੁਣ ਸਿਆਲਕੋਟ ਮੇਰੇ ਖਿਆਲ 'ਚ ਉਹਦਾ ਹੈਗਾ ਆ ਪਾਕਿਸਤਾਨ ਦੇ ਵਿੱਚ, ਉਦੋਂ ਇੰਡੀਆ ਦੇ ਵਿੱਚ ਸੀਗਾ, ਤੇ ਉੱਥੇ ਉਹਨੇ ਮੀਟਿੰਗ ਕੀਤੀ। ਬਹੁਤ ਲੋਕੀ, ਬਹੁਤ ਬੜੇ ਲੀਡਰਸ ਇਕੱਠੇ ਹੋਏ ਸੀ ਕ੍ਰਿਸਚੀਅਨ, ਤੇ ਉਹਨੇ ਡਿਸਾਈਡ ਕੀਤਾ ਵੀ ਆਪਾਂ ਪ੍ਰੇ ਕਰਨ ਲੱਗੀਏ। ਤੇ ਉਹ ਪ੍ਰੇ ਕਰਨ ਲੱਗ ਪਏ। ਜਦ ਉਹ ਪ੍ਰੇ ਕਰਨ ਲੱਗਦੇ ਆ, ਜਦੋਂ ਰਿਵਾਈਵਲ ਆਉਂਦਾ ਉਹ ਸਾਲ ਬਾਅਦ ਆਉਂਦਾ,
1905 ਦੇ ਵਿੱਚ ਆਉਂਦਾ ਹੈ। ਉਹਦੇ ਵਿੱਚ ਬਹੁਤ ਲੋਕੀ ਕਿਸੇ ਇੱਕ ਆਦਮੀ ਦਾ ਕੰਮ ਨਹੀਂ ਸੀਗਾ, ਬਹੁਤ ਰਲ ਕੇ ਪ੍ਰੇ ਕਰਦੇ ਸੀਗੇ, ਜਿਹੜੇ ਯਕੀਨ ਰੱਖਦੇ ਸੀ, ਭਰੋਸਾ ਰੱਖਦੇ ਸੀ ਵੀ ਪ੍ਰਭੂ ਕੀ ਕਹਿੰਦੇ ਸੀ, ਪ੍ਰਭੂ ਸਾਡੇ ਤੇ ਕਿਰਪਾ ਕਰ, ਸਾਨੂੰ ਮੁੜ ਕੇ ਫੇਰ ਜਗਾ, ਅਸੀਂ ਗਲਤ ਚੀਜ਼ਾਂ ਦੇ ਬਹਿ ਕੇ ਪੈ ਗਏ, ਸਾਨੂੰ ਮੁੜ ਕੇ ਫੇਰ ਦਿਖਾ ਅਸੀਂ ਕਿੱਦਾਂ ਤੁਹਾਡੇ ਕੋਲ ਆ ਸਕਦੇ ਹਾਂ। ਸੋ ਦੁਹਾਈ ਦਿੰਦੇ ਸੀ, ਰੋਂਦੇ ਸੀਗੇ, ਤੇ ਪਰਮੇਸ਼ਰ ਨੇ ਫੇਰ ਸਵਰਗਦੂਤ ਆਪਣਾ ਫੇਰ ਜਿਹੜਾ ਰਿਵਾਈਵ ਸੀ ਬਿਦਾਰੀ ਭੇਜੀ ਸੌਰੀ, ਤੇ ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਬਹੁਤ ਬੜੇ ਕੰਮ ਹੋਏ ਸੀ। ਤੇ ਉਹਦੇ ਵਿੱਚ ਇੱਕ ਆਦਮੀ ਸੀਗਾ ਜਿਹੜਾ ਅਮਰੀਕਾ ਦੇ ਵਿੱਚੋਂ ਇੰਡੀਆ ਦੇ ਵਿੱਚ ਕੰਮ ਕਰਨ ਆਇਆ ਸੀਗਾ, ਤੇ ਉਸ ਵੇਲੇ ਪਾਣੀ ਵਾਲੇ ਜਹਾਜ਼ਾਂ ਦੇ ਵਿੱਚ ਆਉਂਦੇ ਹੁੰਦੇ ਸੀ, ਤੇ ਉਹਨੂੰ ਚੰਗਾ ਔਖਾ ਸੀ ਪਾਣੀ ਵਾਲੇ ਜਹਾਜ਼ 'ਚ, ਚੰਗੀਆਂ ਉਹਨੂੰ ਉਲਟੀਆਂ ਆਉਂਦੀਆਂ, ਬਿਮਾਰ ਵੀ ਹੋ ਗਿਆ। ਜਦੋਂ ਆ ਕੇ ਪਹੁੰਚਿਆ ਉਹ ਇਕੱਲੀ ਇੰਗਲਿਸ਼ ਜਾਣਦਾ ਆ, ਤੇ ਉਹ ਕੋਈ ਵੀ ਇੰਡੀਅਨ ਲੈਂਗੁਏਜ ਨਹੀਂ ਜਾਣਦਾ, ਕੋਈ ਵੀ ਪੰਜਾਬੀ, ਹਿੰਦੀ, ਉਰਦੂ ਕੁਛ ਵੀ ਜਾਣਦਾ ਨਹੀਂ। ਤੇ ਉਹਨੇ ਫਿਰ 6 ਮਹੀਨੇ ਲਾਏ ਉਹਨੂੰ ਸਿਖਾਲਣ ਨੂੰ ਬੋਲੀ, ਪਰ ਉਹਨੂੰ ਫੇਰ ਵੀ ਆਉਂਦੀ ਨਹੀਂ ਹੈਗੀ। ਫਿਰ ਜਿਹੜੇ ਹੋਰ ਕੰਮ ਕਰ ਰਹੇ ਸੀਗੇ ਤੇ ਉਹਨੂੰ ਕਹਿੰਦੇ ਤੈਨੂੰ ਨਹੀਂ ਆਉਣੀ ਹੈਗੀ, ਤੂੰ ਮੁੜ ਜਾ। ਪਰ ਉਹ ਕਿਹਾ ਨਹੀਂ, ਮੈਨੂੰ ਪ੍ਰਭੂ ਨੇ ਕਿਹਾ ਸੀ, ਮੈਂ ਪ੍ਰਭੂ ਦੇ ਕਹੇ ਤੇ ਆਇਆ, ਤੇ ਜ਼ਰੂਰ ਮੈਂ ਇੱਥੇ ਮੈਨੂੰ ਕਿਸੇ ਕੰਮ ਵਾਸਤੇ ਭੇਜਿਆ ਪ੍ਰਭੂ ਨੇ। ਤੇ ਉਹ ਕੀ ਕਰਨ ਲੱਗਾ, ਉਹ ਦਿਨ ਨੂੰ ਬੋਲੀ ਸਿੱਖਦਾ ਆ, ਤੇ ਰਾਤ ਨੂੰ ਉਹ 3-4 ਵਾਰੀ ਰਾਤ ਨੂੰ ਉੱਠਦਾ ਆ, ਤੇ ਉਹ ਪ੍ਰੇ ਕਰਦਾ ਆ, ਤੇ ਬਹੁਤ ਪ੍ਰੇਅਰ ਦੇ ਵਿੱਚ ਟਾਈਮ ਗੁਜ਼ਾਰਦਾ ਆ, ਤੇ ਉਹਦੀ ਪ੍ਰੇਅਰ ਦੇ ਨਾਲ ਬਹੁਤ ਬੜੇ ਕੰਮ ਹੋਏ ਸੀਗੇ। ਤੇ ਸੋ ਸੱਚੀ ਉਹਦਾ ਨਾਂ ਸੀਗਾ ਜੌਨ ਹਾਈਡ, ਤੇ ਉਹਨੂੰ ਸਾਦੇ ਹੁੰਦੇ ਸੀ ਪ੍ਰੇਇੰਗ ਹਾਈਡ। ਤੇ ਉਹ ਵੀ ਉਸ ਵੇਲੇ ਸਿਆਲਕੋਟ ਦੇ ਵਿੱਚ ਪ੍ਰੇ ਕਰ ਰਿਹਾ ਸੀਗਾ ਬਈ ਪਰਮੇਸ਼ਰ ਤੂੰ ਇੱਥੇ ਵੀ ਰਿਵਾਈਵਲ ਭੇਜ, ਇੱਥੇ ਵੀ ਲੋਕਾਂ ਨੂੰ ਜਗਾ। ਤੇ ਉਦੋਂ ਦੱਸਦੇ ਆ, ਕਹਿੰਦੇ ਡਾਇਰੈਕਟਲੀ, ਇਨਡਾਇਰੈਕਟਲੀ ਪਤਾ ਨਹੀਂ ਕਿੰਨੇ ਕੁ ਲੋਕੀ ਹੋਣਗੇ, ਪਰ ਡਾਇਰੈਕਟਲੀ 1 ਕਰੋੜ ਨੇ ਆਪਣਾ ਜੀਵਨ ਯਿਸੂ ਮਸੀਹ ਨੂੰ ਦੇ ਦਿੱਤਾ ਸੀਗਾ, ਤੇ ਜਿਨ੍ਹਾਂ ਨੇ ਬੈਪਟਿਜ਼ਮ ਲਿਆ ਸੀਗਾ। ਤੇ ਸੋ ਦੱਸਦੇ ਵੀ ਬਹੁਤ ਵੱਡਾ ਰਿਵਾਈਵਲ ਆਇਆ ਸੀ ਉਹਦੇ ਵਿੱਚ। 6 ਮਹੀਨਿਆਂ ਤੋਂ ਅੰਦਰ ਕਹਿੰਦੇ ਵੀ 1 ਲੱਖ ਲੋਕ ਨੇ ਯਿਸੂ ਮਸੀਹ ਨੂੰ ਪਾਇਆ ਸੀਗਾ। ਸੇਮ ਟਾਈਮ ਦੇ ਵਿੱਚ ਪ੍ਰਭੂ ਕਰਕੇ ਸਾਰੇ ਪਾਸੇ ਹੀ ਕੰਮ ਕਰਦਾ ਹੁੰਦਾ। ਸੇਮ ਟਾਈਮ ਦੇ ਵਿੱਚ ਇੱਥੇ ਇੰਗਲੈਂਡ, ਵੇਲਸ ਦੇ ਵਿੱਚ 1904 ਦੇ ਵਿੱਚ ਰਿਵਾਈਵਲ ਆਇਆ ਸੀ, ਤੇ ਜਿੱਥੇ ਇੱਕ ਆਦਮੀ ਦਾ ਨਾਂ ਸੀਗਾ ਜਿਹੜਾ ਨੌਜਵਾਨ ਹੀ ਸੀਗਾ, ਉਹਦਾ ਨਾਂ ਸੀ ਰੋਬਰਟ ਐਵਨਸ। ਉਹਨੂੰ ਵੀ ਪ੍ਰਭੂ ਨੇ, ਉਹ ਕੋਲ ਮਾਈਨਸ ਵਿੱਚ ਕੰਮ ਕਰਦਾ ਸੀ, ਜਿੱਥੇ ਉਹ ਥੱਲੇ ਜ਼ਮੀਨ ਦੇ ਭਰਤੀ ਕੋਲੇ ਪੱਟ ਕੇ ਲਿਆਉਂਦੇ ਸੀਗੇ, ਉੱਥੇ ਕੰਮ ਕਰਦਾ ਹੁੰਦਾ ਸੀ। ਤੇ ਉਹ ਵੀ ਬਹੁਤ ਟਾਈਮ ਪ੍ਰੇਅਰ ਦੇ ਵਿੱਚ ਗੁਜ਼ਾਰਦਾ ਹੈ। ਤੇ ਉਦੋਂ ਵੀ ਉਹ ਇੱਕ ਪ੍ਰੇਅਰ ਮੀਟਿੰਗ ਦੇ ਵਿੱਚ ਹੁੰਦੇ ਆ, ਜਿੱਥੇ ਹੋਲੀ ਸਪਿਰਿਟ ਬਹੁਤ ਸ਼ਕਤੀ ਨਾਲ ਆਉਂਦਾ ਆ, ਬਹੁਤ ਪਾਵਰ ਦੇ ਨਾਲ ਆਉਂਦਾ ਆ। ਉਹ ਦੱਸਦੇ ਆ ਬਹੁਤ ਲੋਕੀ ਪ੍ਰੇਅਰ ਕਰਦੇ ਆ। ਉੱਥੇ ਇੱਕ ਨੌਜਵਾਨ ਕੁੜੀ 16 ਸਾਲਾਂ ਦੀ ਸੀ, ਉਹ ਉੱਠੀ ਤੇ ਉਹ ਬਹੁਤ ਰੋਂਦੀ ਆ। ਉਹ ਕਹਿੰਦੀ ਪ੍ਰਭੂ ਜੀ ਮੈਨੂੰ ਪਤਾ ਨਹੀਂ ਹੈਗਾ ਜਿੰਨੀ ਵਧੀਆ ਇਹ ਪ੍ਰੇਅਰ ਕਰਦੇ ਆ, ਮੈਨੂੰ ਇੰਨੀ ਵਧੀਆ ਪ੍ਰੇਅਰ ਕਰਨੀ ਨਹੀਂ ਆਉਂਦੀ ਹੈਗੀ, ਮੇਰੇ ਕੋਲ ਅੱਖਰ ਹੈ ਨਹੀਂ ਗੇ। ਤੇ ਉਹ ਏਦਾਂ ਇੰਜੀਆਂ ਦੇ ਨਾਲ ਰੋਂਦੀ ਆ। ਤੇ ਕੀ ਹੋਇਆ, ਜਦੋਂ ਉਹ ਏਦਾਂ ਦੇ ਅੱਖਰ ਬੋਲਦੀ ਆ ਤੇ ਪ੍ਰੇਅਰ ਕਰਦੀ ਆ, ਤੇ ਰੂਹ ਆਤਮਾ ਬਹੁਤ ਸ਼ਕਤੀ ਨਾਲ ਆਉਂਦਾ ਆ। ਜਿੰਨੇ ਵੀ ਉੱਥੇ ਹੁੰਦੇ ਆ ਸਾਰੇ ਮੂੰਹ ਭਾਨੀ ਥੱਲੇ ਡੇ ਪੈਂਦੇ ਆ। ਤੇ ਉੱਥੋਂ ਰਿਵਾਈਵਲ ਉਹ ਸ਼ੁਰੂ ਹੋਇਆ ਸੀਗਾ। ਤੇ ਉਹਦੇ ਵਿੱਚ ਵੀ ਦੱਸਦੇ ਆ ਨੀਅਰਲੀ ਸਾਰਾ ਵੇਲਸ ਅਫੈਕਟਡ ਹੋ ਗਿਆ ਸੀ, ਤੇ ਬਹੁਤ ਵੱਡਾ ਪ੍ਰਭੂ ਦਾ ਕੰਮ ਹੋਇਆ ਸੀ। ਤੇ ਇਹ ਥੋੜ੍ਹੇ ਜਿਹੇ ਨਮੂਨੇ ਜਿਹੇ ਆ ਜਿਹੜੇ ਰਿਵਾਈਵਲ ਦੇ ਆ, ਜਿਹੜੇ ਸਾਨੂੰ ਦੱਸਦੇ ਜਦੋਂ ਪ੍ਰਭੂ ਆਉਂਦਾ ਆ ਆਪਣੇ ਰੂਹ ਆਤਮਾ ਦੇ ਨਾਲ, ਲੋਕੀ ਦੁਹਾਈ ਦੇਣ ਲੱਗ ਪੈਂਦੇ ਆ, ਉਹਨਾਂ ਦੇ ਪਾਪ ਉਹਨਾਂ ਨੂੰ ਦਿਸਣ ਲੱਗ ਪੈਂਦੇ ਆ, ਉਹਨਾਂ ਨੂੰ ਪਤਾ ਲੱਗਣ ਲੱਗ ਪੈਂਦਾ ਆ ਅਸੀਂ ਨਰਕਾਂ ਨੂੰ ਜਾ ਰਹੇ ਆ, ਅਸੀਂ ਸਦਾ ਨਰਕਾਂ ਵਿੱਚ ਹੀ ਰਹਿਣਾ ਆ ਜੇ ਪ੍ਰਭੂ ਨੇ ਨਾ ਸਾਨੂੰ ਬਚਾਇਆ, ਜੇ ਰੱਬ ਨੇ ਸਾਡੇ ਤੇ ਨਾ ਕਿਰਪਾ ਕੀਤੀ।
ਤੇ ਉਹ ਫਿਰ ਜਦੋਂ ਦੁਹਾਈਆਂ ਦਿੰਦੇ ਆ ਤੇ ਰੱਬ ਉਹਨਾਂ ਨੂੰ ਫਿਰ ਬਚਾ ਲੈਂਦਾ ਆ। ਬਾਈਬਲ ਸਾਨੂੰ ਦੱਸਦੀ ਆ ਜੇ ਅਸੀਂ ਇਸ ਚੀਜ਼ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਤੇ ਸਾਨੂੰ ਕੁਝ ਕਰਨ ਦੀ ਜ਼ਰੂਰਤ ਆ। ਤੇ ਅਸੀਂ ਰਿਵਾਈਵਲ ਲਿਆ ਨਹੀਂ ਸਕਦੇ ਹੈਗੇ, ਪਰ ਅਸੀਂ ਉਹਨਾਂ ਵਾਸਤੇ ਤਿਆਰੀ ਕਰ ਸਕਦੇ ਹਾਂ। ਸਾਨੂੰ ਪ੍ਰਭੂ ਦੱਸਦਾ ਹੈ ਕਿੱਦਾਂ ਤਿਆਰੀ ਕਰਨੀ ਹੈ। ਦੂਸਰਾ Chronicles, 2 Chronicles chapter 7 verse 14 ਦੇ ਵਿੱਚ ਸਾਨੂੰ ਦੱਸ ਰਿਹਾ ਹੈ। ਹੋਰ ਵੀ ਕਈ ਤੇ ਦੱਸਦਾ, ਪਰ ਇੱਥੇ ਬਹੁਤ ਵਧੀਆ ਸਿੰਪਲ ਤਰ੍ਹਾਂ ਸਾਨੂੰ ਦੱਸ ਰਿਹਾ ਹੈ। ਹਾਂਜੀ, ਇਹ ਓਲਡ ਟੈਸਟਮੈਂਟ ਵਿੱਚ ਦੂਸਰਾ ਇਤਿਹਾਸ ਉਹਦਾ 7ਵਾਂ ਚੈਪਟਰ ਤੇ ਉਹਦੀ 14ਵੀਂ ਆਇਤ ਵਿੱਚ ਇੱਦਾਂ ਲਿਖਿਆ, ਅਤੇ ਜੇ ਮੇਰੀ ਪ੍ਰਜਾ ਜੋ ਮੇਰੇ ਨਾਮ ਤੋਂ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਨ ਦੇ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਖਿਮਾ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ। ਆਮੈਨ। ਆਮੇਨ। ਕੀ ਕਹਿੰਦਾ? ਜੇ ਮੇਰੇ ਲੋਕ, ਕਿਹਨਾਂ ਦੀ ਗੱਲ ਕਰ ਰਿਹਾ? ਉਹ ਜਿਹੜੇ ਪ੍ਰਭੂ ਨੂੰ ਆਲਰੇਡੀ ਜਾਣਦੇ ਉਹਨਾਂ ਦੀ ਗੱਲ ਕਰ ਰਿਹਾ ਹੈ। ਕਿੱਥੋਂ ਸ਼ੁਰੂ ਹੋਣਾ ਹੈ? ਇਹ ਤੁਹਾਡੇ ਤੋਂ ਮੇਰੇ ਤੋਂ ਸ਼ੁਰੂ ਹੋਣਾ ਹੈ। ਪਰ ਸਾਨੂੰ ਕੁਝ ਕਰਨ ਦੀ ਜ਼ਰੂਰਤ ਹੈ। ਕੀ ਕਹਿੰਦਾ ਕਰਨ ਦੀ ਜ਼ਰੂਰਤ ਹੈ? ਇਫ ਮਾਈ ਪੀਪਲ ਹੂ ਕਾਲਡ ਬਾਈ ਮਾਈ ਨੇਮ। ਅਸੀਂ ਕਈ ਵਾਰੀ ਬਹੁਤ ਦੱਸਦੇ ਹਾਂ, ਹਾਂਜੀ ਅਸੀਂ ਰੱਬ ਨੂੰ ਜਾਣਦੇ ਹਾਂ, ਅਸੀਂ ਕ੍ਰਿਸਚੀਅਨ ਹਾਂ ਜੀ, ਓਕੇ। ਉਹ ਕਹਿੰਦਾ ਇਫ ਮਾਈ ਪੀਪਲ ਹੂ ਕਾਲਡ ਬਾਈ ਮਾਈ ਨੇਮ will humble themselves. ਸੋ ਪਹਿਲੀ ਕੀ ਸਾਨੂੰ ਕੀ ਚੀਜ਼ ਕਰਨ ਦੀ ਜ਼ਰੂਰਤ ਹੈ? ਸਾਨੂੰ ਹੰਬਲ ਹੋਣ ਦੀ, ਸਾਨੂੰ ਨੀਵੇਂ ਹੋਣ ਦੀ ਜ਼ਰੂਰਤ ਹੈ। will humble themselves and pray. ਫਿਰ ਕੀ ਕਰਨ ਨੂੰ ਸਾਨੂੰ ਜ਼ਰੂਰਤ ਹੈ? ਸਾਨੂੰ ਪ੍ਰੇ ਕਰਨ ਦੀ ਜ਼ਰੂਰਤ ਹੈ। ਜਿੰਨੇ ਵੀ ਆਪਾਂ ਦੇਖੇ ਆ ਐਗਜ਼ਾਮਪਲਸ, ਉਹ ਕੀ ਕਰਦੇ ਸੀ? ਉਹ ਪ੍ਰੇ ਕਰਦੇ ਸੀਗੇ। ਫਿਰ ਉਹ ਕੀ ਦੱਸਦਾ? and seek my face. ਉਹ ਕਹਿੰਦਾ ਹੁਣ ਮੇਰੇ ਚਿਹਰੇ ਨੂੰ ਭਾਲਦੇ ਆ। ਉਹ ਕੋਈ ਸੋਨਾ, ਕੋਈ ਚਾਂਦੀ, ਵੱਡੀਆਂ ਘਰਾਂ ਨੂੰ ਨਹੀਂ ਭਾਲਦੇ ਹੈਗੇ, ਪ੍ਰਭੂ ਦੇ ਚਿਹਰੇ ਨੂੰ ਭਾਲਦੇ ਆ। ਉਹ ਕਹਿੰਦੇ ਪ੍ਰਭੂ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਹਾਂ, ਤੁਹਾਡੀ ਹਜ਼ੂਰੀ ਵਿੱਚ ਆਉਣਾ ਚਾਹੁੰਦੇ ਹਾਂ। ਦੇ ਲੁਕਿੰਗ ਫॉर ਹਿਸ ਪ੍ਰੈਜ਼ੈਂਸ। ਉਹਦੀ ਹਜ਼ੂਰੀ ਨੂੰ ਭਾਟ ਹੋ ਰਿਹਾ ਹੈ। ਐਂਡ ਟਰਨ ਫਰਮ ਦੇਅਰ ਵਿਕਡ ਵੇਜ਼। ਫਿਰ ਉਹ ਜਿਹੜੇ ਉਹਨਾਂ ਦੇ ਖਰਾਬ ਕੰਮ ਸੀ, ਜਿਹੜੇ ਉਹ ਪਾਪ ਸੀਗੇ, ਉਹਨਾਂ ਤੋਂ ਹੁਣ ਉਹ ਮੋੜ ਖਾ ਰਹੇ ਆ। ਅੱਗੇ ਹੋ ਸਕਦਾ ਉਹ ਕਹਿੰਦੇ ਹੁਣ ਤਾਂ ਨਿਕਾ ਜਿਹਾ ਆ, ਇੰਨੇ ਦਾ ਕੋਈ ਨਹੀਂ। ਹੁਣ ਉੱਥੋਂ ਉਹ ਮੋੜ ਖਾਂਦੇ। ਕਹਿੰਦਾ ਇਫ ਦੇ ਵਿਲ ਟਰਨ ਫਰਮ ਦੇਅਰ ਵਿਕਡ ਵੇਜ਼। ਓਕੇ, ਸੋ ਇੱਥੇ ਸਾਨੂੰ ਕੁਛ ਕਰਨ ਦੀ ਜ਼ਰੂਰਤ। ਦੈਨ ਵਿਲ ਆਈ ਹੀਅਰ ਫਰਮ ਹੈਵਨ। ਫਿਰ ਕਹਿੰਦਾ ਮੈਂ ਸਵਰਗਾਂ ਦੇ ਵਿੱਚ ਸੁਣੂੰਗਾ। ਓਕੇ, ਸੋ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਸਾਨੂੰ ਹੰਬਲ ਹੋਣ ਦੀ ਜ਼ਰੂਰਤ ਹੈ, ਸਾਨੂੰ ਪ੍ਰੇ ਕਰਨ ਦੀ ਜ਼ਰੂਰਤ ਹੈ, ਸਾਨੂੰ ਪ੍ਰਭੂ ਦੀ ਚਿਹਰਾ ਭਾਲਣ ਦੀ ਜ਼ਰੂਰਤ ਹੈ। ਫਿਰ ਉਹ ਕਹਿੰਦਾ ਮੈਂ ਸਵਰਗਾਂ ਦੇ ਵਿੱਚੋਂ ਸੁਣੂੰਗਾ। ਫਿਰ ਸੁਣ ਕੇ ਕੀ ਕਰੂੰਗਾ? I will forgive their sin. ਮੈਂ ਉਹਨਾਂ ਦੇ ਪਾਪ ਮਾਫ ਕਰ ਦੂੰਗਾ। and I will heal their land. ਫਿਰ ਮੈਂ ਉਹਨਾਂ ਦੀ ਜਿੱਥੇ ਉਹ ਰਹਿੰਦੇ ਆ, ਜਿਹੜੀ ਧਰਤੀ ਤੇ ਰਹਿੰਦੇ ਆ, ਮੈਂ ਉਹਨੂੰ ਹੀਲ ਕਰ ਦੂੰਗਾ, ਮੈਂ ਉੱਥੇ ਸ਼ਿਫਾ ਲੈ ਆਊਂਗਾ। ਸੱਚੀ ਆਹ ਜੇ ਅਸੀਂ ਕਰਨ ਲੱਗੀਏ ਤਿੰਨ ਚੀਜ਼ਾਂ, ਤੇ ਪ੍ਰਭੂ ਵੀ ਕੁਛ ਕਰੂਗਾ। ਉਹ ਕਰਨ ਨੂੰ ਤਿਆਰ ਆ। ਇਹ ਰਿਵਾਈਵਲ ਆਉਣਾ ਹੀ ਆਉਣਾ ਆ, ਪਰ ਇਹਦੇ ਵਿੱਚ ਸਾਨੂੰ ਇਹ ਦੇਖਣਾ ਪੈਣਾ ਅਸੀਂ ਇਹਦੇ ਵਿੱਚ ਹਿੱਸਾ ਲੈਣਾ ਕਿ ਨਹੀਂ। ਜੇ ਅਸੀਂ ਹਿੱਸਾ ਲੈਣਾ ਆ, ਫਿਰ ਸਾਨੂੰ ਹੰਬਲ ਹੋਣ ਦੀ ਜ਼ਰੂਰਤ ਆ, ਸਾਨੂੰ ਪ੍ਰੇ ਕਰਨ ਦੀ ਜ਼ਰੂਰਤ ਆ, ਸਾਨੂੰ ਟਰਨ ਫਰਮ ਆਵਰ ਵਿਕਡ ਵੇਜ਼, ਉੱਥੋਂ ਮੋੜਨ ਦੀ ਜ਼ਰੂਰਤ ਆ, ਤੇ ਪ੍ਰਭੂ ਦੀ ਨੇਚਰ, ਉਹਦੀ ਚਿਹਰਾ ਭਾਲਣ ਦੀ ਜ਼ਰੂਰਤ ਆ। ਜਦੋਂ ਅਸੀਂ ਕਰਾਂਗੇ, ਪ੍ਰਭੂ ਕਹਿੰਦਾ ਫਿਰ ਮੈਂ ਆਊਂਗਾ, ਤੇ ਕਹਿੰਦਾ ਮੈਂ ਤੁਹਾਡੇ ਪਾਪ ਮਾਫ ਕਰ ਦੂੰ ਤੇ ਤੁਹਾਡੀ ਧਰਤੀ ਨੂੰ ਹੀਲ ਕਰ ਦੂੰਗਾ। ਸੋ ਇਹ ਇਸ ਵੇਲੇ ਵੀ ਹੋ ਰਹੀ ਆ। ਮੈਂ ਪਿਛਲੇ ਹਫ਼ਤੇ ਦੱਸਿਆ ਸੀ ਚੀਨਾ ਦੇ ਵਿੱਚ ਦੱਸਦੇ ਆ, ਜਿਹੜੀਆਂ ਰਿਪੋਰਟਾਂ ਆਉਂਦੀਆਂ, ਉਹ ਕਹਿੰਦੇ 30,000 ਹਰੇਕ ਹਫ਼ਤੇ ਯਿਸੂ ਮਸੀਹ ਦੇ ਕੋਲ ਆਉਂਦਾ ਆ। 30,000 ਆਪਣਾ ਜੀਵਨ ਯਿਸੂ ਮਸੀਹ ਦੇ ਕੋਲ ਦਿੰਦਾ ਆ। ਪਰ ਨਾਲ ਦੀ ਨਾਲ ਉੱਥੇ ਪ੍ਰੋਸੀਕਿਊਸ਼ਨ, ਉੱਥੇ ਸਤਾਏ ਵੀ ਬਹੁਤ ਜਾਂਦੇ ਆ। ਆਪਾਂ ਟੈਲੀਵਿਜ਼ਨ ਤੇ ਵੀ ਦੇਖਦੇ ਆ, ਨਿਊਜ਼ ਦੇ ਉੱਤੇ ਚਰਚਾਂ ਦੇ ਉੱਤੋਂ ਕ੍ਰਾਸ ਲਾਈ ਜਾਂਦੇ, ਚਰਚਾਂ ਢਾਈ ਜਾਂਦੇ ਆ। ਓਕੇ, ਉਹਨੇ ਇੱਦਾਂ ਵੀ ਕਾਨੂੰਨ ਬਣਾਇਆ ਆ, ਤੁਸੀਂ ਘਰਾਂ ਦੇ ਵਿੱਚ ਵੀ ਨਹੀਂ ਇਕੱਠੇ ਹੋ ਸਕਦੇ ਹੈਗੇ, 11 ਆਦਮੀ ਤੋਂ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ ਹੈਗੇ। ਪਰ ਫੇਰ ਵੀ ਕੀ ਹੁੰਦਾ? ਉਹ ਵਧੀ ਜਾਂਦੇ ਆ।
ਹਾਲੇ ਵੀ ਉੱਥੇ ਬਹੁਤ ਜ਼ਿਆਦਾ ਯਿਸੂ ਮਸੀਹ ਦੇ ਕੋਲ ਆਈ ਜਾਂਦੇ ਆ, ਤੇ ਉਹ ਡਰਦੇ ਨਹੀਂ ਹੈਗੇ ਸਾਨੂੰ ਫੜ ਕੇ ਜੇਲ੍ਹ 'ਚ ਦੇ ਦੇਣਗੇ, ਡਰਦੇ ਨਹੀਂ ਹੈਗੇ ਅਸੀਂ ਪ੍ਰੋਸੀਕਿਊਸ਼ਨ ਦੇ ਵਿੱਚ ਆਵਾਂਗੇ। ਪਰ ਫਿਰ ਵੀ ਉਹ ਆਪਣੇ ਨੇਬਰਾਂ ਨੂੰ, ਆਪਣੇ ਯਾਰ ਦੋਸਤਾਂ ਨੂੰ, ਆਪਣੇ ਫਰੈਂਡਾਂ ਨੂੰ ਉਹ ਯਿਸੂ ਮਸੀਹ ਦੇ ਕੋਲ ਲਿਆਉਂਦੇ ਆ। ਕਾਹਤੇ? ਕਰਕੇ ਜੇ ਉਹਨਾਂ ਨੂੰ ਨਾ ਲਿਆਂਦਾ, ਉਹਨੇ ਸਦਾ ਦੀ ਅੱਗ ਦੇ ਵਿੱਚ, ਸਦਾ ਦੇ ਨਰਕਾਂ ਦੇ ਵਿੱਚ ਜਾਣਾ ਆ। ਇਸ ਕਰਕੇ ਸਾਨੂੰ ਦੱਸਣ ਦੀ ਜ਼ਰੂਰਤ ਆ। ਪਰਮੇਸ਼ਰ ਬਹੁਤ ਰਹਿਮ ਵਾਲਾ ਆ, ਉਹ ਨਹੀਂ ਚਾਹੁੰਦਾ ਉੱਥੇ ਕੋਈ ਜਾਵੇ, ਉਹ ਚਾਹੁੰਦਾ ਸਾਰਿਆਂ ਨੂੰ ਇਸ ਖੁਸ਼ਖਬਰੀ ਪਹੁੰਚੇ ਤੇ ਉਹ ਵੀ ਤੋਬਾ ਕਰ ਲੈਣ ਤੇ ਉਹ ਪਰਮੇਸ਼ਰ ਦੇ ਕੋਲ ਆਉਣ ਵਾਲੇ ਹੋਣ। ਸੋ ਇੱਥੇ ਅਸੀਂ ਦੱਸਦੇ ਹਾਂ ਇਸ ਵੇਲੇ ਮੈਂ 2 ਮੁਲਕਾਂ ਦਾ ਦੱਸਦਾ ਹਾਂ, ਪਰ ਰੀਅਲੀ ਬਹੁਤ ਜਗ੍ਹਾ ਦੇ ਵਿੱਚ ਇਦਾਂ ਹੋ ਰਹੀ ਆ। ਇਸ ਵੇਲੇ ਇਰਾਨ ਦੇ ਵਿੱਚ ਮੇਰੇ ਖਿਆਲ 2 ਸਾਲ ਹੋ ਗਏ, 2-3 ਸਾਲ ਹੋ ਗਏ ਆ, ਜਿੱਥੇ ਉੱਥੇ ਰਿਵਾਈਵਲ ਆ ਰਿਹਾ ਆ, ਜਿੱਥੇ ਸਾਰਿਆਂ ਦੇ ਪਿੰਡ ਯਿਸੂ ਮਸੀਹ ਦੇ ਕੋਲ ਆ ਰਿਹਾ ਆ, ਜਿੱਥੇ ਯਿਸੂ ਮਸੀਹ ਨੇ ਆਪ ਕਈ ਥਾਈਂ ਦਿਖਾ ਦਿੱਤਾ ਤੇ ਉਹਨੇ ਸਾਰਿਆਂ ਨੇ ਯਿਸੂ ਮਸੀਹ ਨੂੰ ਕਬੂਲ ਕਰ ਲਿਆ। ਉਹ ਵੀ ਬਹੁਤ ਗੁੱਸੇ ਆ, ਉਹਨਾਂ ਦੀ ਗੌਰਮੈਂਟ ਬਹੁਤ ਗੁੱਸੇ ਆ, ਉਹ ਫੜ ਕੇ ਉਹਨਾਂ ਨੂੰ ਜੇਲ੍ਹ ਵਿੱਚ ਦੇ ਦਿੰਦੇ ਆ, ਬਹੁਤ ਤੰਗ ਕਰਦੇ ਜੇਲ੍ਹ ਦੇ ਵਿੱਚ ਵੀ, ਪਰ ਫਿਰ ਵੀ ਉਹ ਯਿਸੂ ਮਸੀਹ ਦੇ ਨਾਲ ਚੱਲਦੇ ਆ। ਉਥੋਂ ਫਿਰ ਜਦੋਂ ਮੁਲਕ ਦੇ ਵਿੱਚੋਂ ਨਿਕਲਦੇ ਆ ਤੇ ਹੋਰਨਾਂ ਮੁਲਕਾਂ ਦੇ ਵਿੱਚ ਜਾਂਦੇ ਆ। ਕਈ ਮੁਲਕਾਂ ਦੇ ਵਿੱਚ, ਇੱਕ ਮੁਲਕ ਦੇ ਵਿੱਚ 3000 ਚਰਚ ਬਣੀ ਆ ਜਿਹੜੀ ਇਰਾਨ ਦੇ ਵਿੱਚੋਂ ਨਿਕਲ ਕੇ ਆਏ ਆ। ਦੇਖੋ ਬਹੁਤ ਵੱਡਾ ਕੰਮ ਹੋ ਰਿਹਾ ਆ, ਪ੍ਰਭੂ ਇਸ ਵੇਲੇ ਕਰ ਰਿਹਾ ਆ, ਕੋਈ ਆਦਮੀ ਨਹੀਂ ਕਰ ਰਿਹਾ ਹੈਗਾ, ਪ੍ਰਭੂ ਆਪ ਕਰ ਰਿਹਾ ਆ। ਜੇ ਕਈ ਵਾਰੀ ਜਿਹੜੇ ਅਸੀਂ ਵੈਸਟ ਦੇ ਵਿੱਚ ਰਹਿੰਦੇ ਹਾਂ, ਜਿਹੜੇ ਵੈਸਟ ਕਹਿੰਦੇ ਜਿੱਥੇ ਸਾਨੂੰ ਬਹੁਤ ਐਸ਼ ਆ, ਅਸੀਂ ਬਹੁਤ ਆਰਾਮ ਦੇ ਨਾਲ ਰਹਿੰਦੇ, ਸਭ ਕੁਝ ਸਾਡੇ ਵਾਸਤੇ ਈਜ਼ੀ ਆ। ਉੱਥੇ ਇਰਾਨ ਦੇ ਵਿੱਚ ਇੱਕ ਆਦਮੀ ਦੀ ਟੈਸਟਮਨੀ ਇੰਟਰਨੈਟ ਤੇ ਪਾ ਹੋ ਜਾਂਦੀ ਹੈ ਤੇ ਉਹਨੂੰ ਬਹੁਤ ਸਤਾਇਆ ਜਾਂਦਾ ਸੀ, ਬਹੁਤ ਸਾਲ ਜੇਲ੍ਹ ਦੇ ਵਿੱਚ ਰੱਖਿਆ, ਤੇ ਫਿਰ ਉਹ ਜੇਲ੍ਹ ਦੇ ਵਿੱਚੋਂ ਛੁੱਟ ਜਾਂਦਾ ਆ। ਪਰ ਉਹ ਫਿਰ ਵੀ ਕਹਿੰਦੇ ਅਸੀਂ ਤੇਰਾ ਖਿਆਲ ਰੱਖਣਾ, ਜੇ ਤੂੰ ਫਿਰ ਜੀਸਸ ਦੇ ਬਾਰੇ ਦੱਸਣੋਂ ਨਾ ਹਟਿਆ ਤਾਂ ਅਸੀਂ ਤੈਨੂੰ ਫਿਰ ਮੁੜ ਕੇ ਜੇਲ੍ਹ ਵਿੱਚ ਦੇ ਦੇਣਾ। ਤੇ ਹੁਣ ਕਰਕੇ ਉਹਨੂੰ ਬਹੁਤ ਤੰਗ ਕਰਦੇ ਤੇ ਉਹਨੂੰ ਸੀਕ੍ਰੇਟ ਪੁਲਿਸ ਉਹਨੂੰ ਫੋਲੋ ਕਰਦੀ ਆ। ਤੇ ਅਮਰੀਕਾ ਦੇ ਵਿੱਚ ਉੱਥੇ ਕਈ ਲੋਕਾਂ ਨੂੰ ਪਤਾ ਲੱਗਾ, ਉਹ ਕਹਿੰਦੇ ਵੀ ਆਪਾਂ ਉਹਨਾਂ ਨੂੰ ਉੱਥੋਂ ਕੱਢ ਲਿਆਉਣੇ ਆ ਤੰਗੀ ਦੇ ਵਿੱਚੋਂ। ਤੇ ਉਹ ਸਾਰੀ ਫੈਮਿਲੀ ਨੂੰ, ਉਹ ਆਦਮੀ ਨੂੰ ਤੇ ਉਹਦੀ ਵਾਈਫ ਨੂੰ ਤੇ ਉਹਦੇ ਨਿਆਣਿਆਂ ਨੂੰ, ਸਾਰਿਆਂ ਨੂੰ ਕੱਢ ਕੇ ਲਿਆਏ ਅਮਰੀਕਾ ਦੇ ਵਿੱਚ। ਅਮਰੀਕਾ ਦੇ ਵਿੱਚ ਉਹ ਚਰਚ ਨੂੰ ਜਾਂਦੇ ਆ, ਉਹਨਾਂ ਦੇ ਕੋਲ ਘਰ ਆ, ਉਹਨਾਂ ਦੇ ਕੋਲ ਪੈਸੇ ਆ, ਉਹਨਾਂ ਦੇ ਕੋਲ ਕਾਰ ਆ, ਤੇ ਚੰਗੀ ਐਸ਼ ਕਰਦੇ ਆ, ਬਹੁਤ ਸੋਹਣਾ ਕੰਮ ਆ। ਤੇ ਇੱਕ ਦਿਨ ਉਹ ਜਿਹੜੀ ਫੈਮਿਲੀ ਸੀ, ਉਹਦੀ ਵਾਈਫ ਬਹੁਤ ਰੋ ਰਹੀ ਆ, ਤੇ ਉਹਦਾ ਹਸਬੈਂਡ ਆ ਕੇ ਉਹਨੂੰ ਪੁੱਛਦਾ, ਕਹਿੰਦਾ ਕੀ ਗੱਲ ਆ, ਇੰਨੀ ਐਸ਼ ਦੇ ਵਿੱਚ ਰਹੇ, ਇੰਨਾ ਸਭ ਕੁਝ ਠੀਕ ਆ, ਪਰ ਉਹ ਨਹੀਂ ਉਦਾਸ ਹੈ, ਬਹੁਤ ਖੁਸ਼ ਨਹੀਂ ਹੈਗੀ। ਉਹ ਪੁੱਛਦਾ, ਕਹਿੰਦਾ ਕੀ ਗੱਲ ਆ? ਉਹ ਕਹਿੰਦੀ ਆਪਾਂ ਇੱਥੇ ਬਹੁਤ ਐਸ਼ ਦੇ ਵਿੱਚ ਆ, ਇੱਥੇ ਕਹਿੰਦੀ ਬਹੁਤ ਪੈਸਾ ਆ, ਇੱਥੇ ਖਾਣ ਨੂੰ ਠੀਕ ਹੈ, ਇੱਥੇ ਕਿਸੇ ਨੂੰ ਸਤਾਇਆ ਨਹੀਂ ਜਾਂਦਾ ਹੈਗਾ, ਪਰ ਕਹਿੰਦੀ ਆਪਾਂ ਇੱਥੇ ਆ ਕੇ ਠੰਡੇ ਹੋ ਗਏ ਆ। ਯਿਸੂ ਮਸੀਹ ਦਾ ਪਿਆਰ ਬਹੁਤ ਮੱਧਮ ਹੋ ਗਿਆ ਆਪਣੇ ਦਿਲਾਂ ਦੇ ਵਿੱਚੋਂ। ਕਹਿੰਦੀ ਆਪਾਂ ਮੁੜ ਕੇ ਫੇਰ ਆਪਣੇ ਮੁਲਕ ਨੂੰ ਜਾਈਏ, ਬੇਸ਼ੱਕ ਦੀ ਉੱਥੇ ਮਰ ਜਾਈਏ, ਪਰ ਆਪਾਂ ਕਿੰਨੇ ਗਰਮ ਸੀਗੇ, ਕਿੰਨੇ ਹਰ ਵੇਲੇ ਅਗਵਾਈ ਦੇਣ ਵਾਲੇ ਸੀਗੇ, ਕਿੰਨੇ ਆਪਾਂ ਫਲ ਯਿਸੂ ਮਸੀਹ ਦੇ ਕੋਲ ਲਿਆ ਰਹੇ ਸੀ। ਉਹਨੇ ਕੀ ਕੀਤਾ? ਸਾਰੀ ਉਹ ਵੈਲਥ ਛੱਡ ਕੇ, ਸਾਰੀ ਈਜ਼ੀ ਲਾਈਫ ਛੱਡ ਕੇ, ਆਪਣੇ ਨਿਆਣਿਆਂ ਨੂੰ ਲੈ ਕੇ ਉਹ ਮੁੜ ਕੇ ਫੇਰ ਇਰਾਨ ਦੇ ਵਿੱਚ ਚੱਲ ਗਏ। ਕਾਹਤੇ? ਕਰਕੇ ਉਹ ਪ੍ਰਭੂ ਦੀ ਸੇਵਾ ਕਰਨਾ ਚਾਹੁੰਦੇ ਸੀ। ਅਸੀਂ ਜੇ ਇੱਥੇ ਸਾਨੂੰ ਮੈਰਿਜ ਵੀ ਸਤਾਇਆ ਜਾਵੇ, ਅਸੀਂ ਰੋਨੇ ਆ ਵੀ ਕਾਹਦੇ ਸਾਡੇ ਨਾਲ ਏਦਾਂ ਹੁੰਦੀ, ਪਰ ਬਾਈਬਲ ਦੱਸਦੀ ਹੈ ਖੁਸ਼ੀ ਮਨਾਓ। ਸੱਚੀ ਮੈਂ ਇਹ ਦੱਸਦਾ ਹਾਂ, ਸਾਰੀ ਦੁਨੀਆ ਦੇ ਵਿੱਚ ਇਸ ਵੇਲੇ ਅੰਡਰਗਰਾਊਂਡ ਲੋਕੀ ਪਰਮੇਸ਼ਰ ਦੇ ਕੋਲ ਆ ਰਹੇ ਆ, ਹਜ਼ਾਰਾਂ ਮਿਲੀਅਨਸ ਹੀ ਆ ਰਹੇ ਆ। ਅਖੀਰਲੇ ਦਿਨਾਂ ਦੇ ਵਿੱਚ ਬਾਈਬਲ ਸਾਨੂੰ ਦੱਸਦੀ ਆ ਬਹੁਤ ਲੋਕਾਂ ਨੇ ਆਉਣਾ। 1 ਬਿਲੀਅਨ ਇੱਕ ਆਦਮੀ ਨੇ ਪ੍ਰੋਫੈਸਾਈ ਕੀਤਾ ਸੀ, ਬਹੁਤ ਸਾਲ ਹੋ ਗਏ ਆ। ਉਹ ਕਹਿੰਦਾ ਸੀ ਲਾਸਟ ਡੇ ਹਾਰਵੈਸਟ ਦੇ ਵਿੱਚ 1 ਬਿਲੀਅਨ ਸੋਲ ਆਉਣਾ ਆ। ਹੁਣ ਉਹ ਹਾਰਵੈਸਟ ਸ਼ੁਰੂ ਹੋਇਆ ਆ ਤੇ ਉਹ ਚੱਲਦਾ ਰਹਿਣਾ, ਉਹ ਖੜਾ ਨਹੀਂ ਹੋਣਾ ਹੈਗਾ।
ਤੇ ਬਹੁਤ ਲੋਕਾਂ ਨੇ ਸਾਨੂੰ ਵੀ ਉਹਦੇ ਵਿੱਚ ਹਿੱਸਾ ਲੈਣ ਦੀ ਜ਼ਰੂਰਤ ਆ। ਇਸ ਵੇਲੇ ਹੋ ਰਹੇ ਆ, ਇਸ ਵੇਲੇ ਚੀਜ਼ਾਂ ਹੋ ਰਹੀਆਂ ਆ। ਸੋ ਪ੍ਰਭੂ ਦੀ ਵਡਿਆਈ ਹੋਵੇ। ਅਸੀਂ ਕਿੱਦਾਂ ਹਿੱਸਾ ਲੈ ਸਕਦੇ, ਸਾਨੂੰ ਕੀ ਕਰਨ ਦੀ ਜ਼ਰੂਰਤ ਆ। ਸਾਨੂੰ ਬਾਈਬਲ ਦੱਸਦੀ ਆ ਜੇ ਅਸੀਂ ਇਹਦੇ ਵਿੱਚ ਹਿੱਸਾ ਲੈਣਾ ਆ, ਸਾਨੂੰ ਪ੍ਰਭੂ ਦੇ ਲਾਗੇ ਆਉਣ ਦੀ ਜ਼ਰੂਰਤ ਆ। ਹੋਲੀ ਸਪਿਰਿਟ ਇਸ ਵੇਲੇ ਮੂਵ ਹੋ ਰਿਹਾ ਆ ਲੋਕਾਂ ਦੇ ਉੱਪਰ। ਉਹ ਉਹਨਾਂ ਨੂੰ ਕਨਵਿਕਟ ਕਰਦਾ ਆ, ਉਹ ਉਹਨਾਂ ਨੂੰ ਦੱਸਦਾ ਹੈ ਵੀ ਤੁਹਾਡੇ ਕੋਲ ਪਾਪਾਂ ਤੋਂ ਤੋਬਾ ਕਰਨ ਦੀ ਜ਼ਰੂਰਤ ਆ। ਫਿਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਅਸੀਂ ਕੀ ਕਰੀਏ। ਉਹ ਕਿਸੇ ਨੂੰ ਟੋਲਦੇ ਆ, ਮੈਂ ਪਾਪਾਂ ਤੋਂ ਕਿੱਦਾਂ ਮਾਫੀ ਪਾ ਸਕਦਾ। ਅਸੀਂ ਜਿਹੜੇ ਜਾਣਦੇ ਆ, ਸਾਡਾ ਇਹ ਕੰਮ ਆ, ਅਸੀਂ ਉਹਨਾਂ ਨੂੰ ਦੱਸ ਸਕੀਏ ਬਈ ਤੁਸੀਂ ਪਾਪਾਂ ਤੋਂ ਕਿੱਦਾਂ ਤੋਬਾ ਪਾ ਸਕਦੇ ਆ। ਸੋ ਇਹ ਜਿਹੜਾ ਰੂਹ ਆਤਮਾ ਦਾ ਕੰਮ ਹੋ ਰਿਹਾ ਆ, ਕੋਈ ਸਟੱਪ ਨਹੀਂ ਕਰ ਸਕਦਾ ਹੈਗਾ। ਰੂਹ ਆਤਮਾ ਨੂੰ ਕੌਣ ਸਟੱਪ ਕਰ ਸਕਦਾ? ਉਹਨੇ ਕਨਵਿਕਟ ਕਰਨਾ ਹੀ ਕਰਨਾ। ਪਰ ਹੁਣ ਸਾਨੂੰ ਵੀ ਉਹਦੇ ਨਾਲ ਕੁਝ ਕਰਨ ਦੀ ਜ਼ਰੂਰਤ ਆ। ਉਹ ਕੀ ਕਰਨ ਦੀ ਜ਼ਰੂਰਤ ਆ? ਜਦੋਂ ਸਾਡੇ ਕੋਲ ਕੋਈ ਆਉਂਦਾ ਆ, ਜਦੋਂ ਕੋਈ ਭਾਲਦਾ ਆ, ਅਸੀਂ ਉਹਨਾਂ ਨੂੰ ਰਸਤਾ ਦਿਖਾ ਸਕੀਏ, ਅਸੀਂ ਦੱਸ ਸਕੀਏ ਯਿਸੂ ਮਸੀਹ ਬਚਾਉਂਦਾ ਆ। ਸੋ ਉਹ ਇਸ ਵੇਲੇ ਟੋਹ ਰਿਹਾ ਆ ਬਈ ਸਾਡਾ ਪਾਸ ਦੂਸਰਿਆਂ ਨਾਲ ਕਿੱਦਾਂ ਕਨੈਕਟ ਕਰ ਸਕੇ, ਬਈ ਅਸੀਂ ਜਾਣੀਏ। ਸੋ ਅਖੀਰਲੇ ਦਿਨਾਂ ਦੇ ਵਿੱਚ ਇਹ ਰਿਵਾਈਵਲ ਆ ਰਿਹਾ ਆ ਤੇ ਸਾਨੂੰ ਇਹ ਤਿਆਰੀ ਕਰਨ ਦੀ ਜ਼ਰੂਰਤ ਆ। ਇਹ ਪਰਮੇਸ਼ਰ ਦਾ ਕੰਮ ਆ। ਪਰਮੇਸ਼ਰ ਨੇ ਕਿਹਾ ਸੀ ਮੈਂ ਕਰਨਾ ਆ ਤੇ ਉਹ ਕਰ ਰਿਹਾ ਆ। ਇਹਦੇ ਨਾਲ ਸਾਨੂੰ ਕੁਝ ਕਰਨ ਦੀ ਜ਼ਰੂਰਤ ਆ। ਜੇ ਅਸੀਂ ਰੈਡੀ ਹੋਣਾ ਚਾਹੁੰਦੇ ਆ, ਜੇ ਅਸੀਂ ਤਿਆਰ ਹੋਣਾ ਚਾਹੁੰਦੇ ਆ, ਅਸੀਂ ਚਾਹੁੰਦੇ ਅਸੀਂ ਵੀ ਉਹਦੇ ਵਿੱਚ ਹਿੱਸਾ ਲਈਏ। ਇੱਕ ਸੇਫ ਰਹਿਣ ਦੀ ਕੰਮ ਇਹੀ ਆ, ਅਸੀਂ ਉਹਦੇ ਕੰਮ ਦੇ ਵਿੱਚ ਲੱਗੇ ਹੋਈਏ। ਸਾਡਾ ਰਿਸ਼ਤਾ ਪ੍ਰਭੂ ਦੇ ਨਾਲ ਹਰ ਵੇਲੇ ਕਾਇਮ ਹੋਵੇ। ਉਹ ਕਾਇਮ ਉਦੋਂ ਹੁੰਦਾ ਆ ਜਦੋਂ ਅਸੀਂ ਉਹਦੇ ਆਖੇ ਲੱਗਦੇ ਆ। ਜੋ ਸਾਨੂੰ ਕਹਿੰਦਾ ਜਦੋਂ ਅਸੀਂ ਉਹ ਕਰਦੇ ਆ। ਸੋ ਇਸ ਵੇਲੇ ਸਾਨੂੰ ਕਰਨ ਦੀ ਜ਼ਰੂਰਤ ਆ, ਸਾਨੂੰ ਉਹਦੇ ਆਖੇ ਲੱਗਣ ਦੀ ਜ਼ਰੂਰਤ ਆ। ਸੋ ਸਾਨੂੰ ਉਹ ਦੱਸ ਰਿਹਾ ਆ, ਸਾਨੂੰ ਤਿਆਰ ਹੋਣ ਦੀ ਜ਼ਰੂਰਤ ਆ। ਤੋ ਉਹ ਅਸੀਂ ਕਿੱਦਾਂ ਤਿਆਰ ਹੋ ਸਕਦੇ ਆ? ਅਸੀਂ ਇਸ ਲਾਸਟ ਡੇ ਹਾਰਵੈਸਟ ਦੇ ਵਿੱਚ ਹਿੱਸਾ ਕਿੱਦਾਂ ਲੈਣਾ ਆ? ਮੈਂ 6 ਚੀਜ਼ਾਂ ਇੱਥੇ ਲਿਖੀਆਂ ਆ ਤੇ ਉਹਦੇ ਵਿੱਚੋਂ ਆਪਾਂ ਥੋੜ੍ਹੀਆਂ ਜਿਹੀਆਂ ਦੇਖਾਂਗੇ ਇਸ ਹਫ਼ਤੇ, ਹੋ ਸਕਦਾ ਥੋੜ੍ਹੀ ਜਿਹੀ ਨੈਕਸਟ ਹਫ਼ਤੇ ਦੇਖਾਂਗੇ, ਜਿਹਦੇ ਨਾਲ ਅਸੀਂ ਆਪਣਾ ਆਪ ਦੀ ਤਿਆਰੀ ਕਰ ਸਕਦੇ ਆ। ਅਸੀਂ ਵੀ ਜਿਹੜਾ ਅਖੀਰਲੇ ਦਿਨਾਂ ਦਾ ਹਿੱਸਾ ਆ, ਅਖੀਰਲੇ ਦਿਨਾਂ ਦਾ ਫਲ ਆ ਰਿਹਾ ਆ, ਰਿਵਾਈਵਲ ਆ ਰਿਹਾ, ਅਸੀਂ ਵੀ ਉਹਦੇ ਵਿੱਚ ਹਿੱਸਾ ਲਈਏ। ਪਹਿਲੀ ਚੀਜ਼ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਜਦੋਂ ਹੋਲੀ ਸਪਿਰਿਟ ਆਉਂਦਾ ਆ, ਉਹ ਸਾਨੂੰ ਕਨਵਿਕਟ ਕਰਦਾ ਆ ਸਾਡੇ ਪਾਪਾਂ ਤੋਂ। ਫਿਰ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਪਹਿਲੀ ਚੀਜ਼ ਰਿਪੈਂਟ, ਸਾਨੂੰ ਤੋਬਾ ਕਰਨ ਦੀ ਜ਼ਰੂਰਤ ਹੈ। ਦੂਸਰੀ ਚੀਜ਼ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਸਾਨੂੰ ਮੁੜ ਕੇ ਫੇਰ ਪਰਮੇਸ਼ਰ ਦੇ ਕੋਲ ਆਉਣ ਦੀ ਜ਼ਰੂਰਤ ਹੈ। ਮੁੜ ਕੇ ਫੇਰ ਉਹਨਾਂ ਰਿਸ਼ਤਾ ਆਪਣੇ ਤਿਆਰ ਕਰਨ ਦੀ ਜ਼ਰੂਰਤ ਹੈ। ਤੀਸਰੀ ਸਾਨੂੰ ਚੀਜ਼ ਕੀ ਕਰਨ ਦੀ ਜ਼ਰੂਰਤ ਹੈ? ਸਾਨੂੰ ਪਵਿੱਤਰ ਜੀਵਨ ਰਹਿਣ ਦੀ ਜ਼ਰੂਰਤ ਹੈ। ਜਿੰਨੇ ਵੀ ਅਸੀਂ ਅੱਗੇ ਕਹਿੰਦੇ ਸੀ ਇਹ ਚੱਲੂਗੀ ਕੋਈ ਨਹੀਂ, ਸਾਰੇ ਕਰਦੇ ਹੀ ਆ, ਨੋ, ਹੁਣ ਇੱਕ ਪਵਿੱਤਰ ਜੀਵਨ ਰਹਿਣ ਦੀ। ਉਹਦਾ ਕੀ ਪਵਿੱਤਰ ਜੀਵਨ ਕੀ? ਆਪਾਂ ਪਿਛਲੇ ਹਫ਼ਤੇ ਥੋੜ੍ਹੀ ਦੇਖਿਆ ਸੀ। ਪਵਿੱਤਰ ਉਹ ਹੁੰਦਾ, ਪਵਿੱਤਰ ਪਰਮੇਸ਼ਰ ਆ, ਤੇ ਜਿਹੜਾ ਪਰਮੇਸ਼ਰ ਦੇ ਲਾਗੇ ਲਾਗੇ ਰਹਿੰਦਾ ਉਹ ਵੀ ਪਵਿੱਤਰ ਹੋ ਜਾਂਦਾ। ਓਕੇ, ਸੋ ਸਾਨੂੰ ਉਹਦੇ ਲਾਗੇ ਲਾਗੇ ਰਹਿਣ ਦੀ ਜ਼ਰੂਰਤ ਹੈ। ਚੌਥੀ ਚੀਜ਼ ਜਿਹੜੀ ਸਾਨੂੰ ਕਰਨ ਦੀ ਜ਼ਰੂਰਤ ਹੈ, ਫਿਰ ਆਪਾਂ ਮਗਰੋਂ ਇਹਨੂੰ ਕੱਲੀ ਕੱਲੀ ਕਰਕੇ ਦੇਖਾਂਗੇ, ਸਾਨੂੰ ਹੋਲੀ ਸਪਿਰਿਟ ਨਾਲ ਭਰ ਕੇ ਰਹਿਣ ਦੀ ਜ਼ਰੂਰਤ ਹੈ। ਬਾਈਬਲ ਕੀ ਕਹਿੰਦੀ ਹੈ? ਬੀ ਫਿਲਡ ਵਿਦ ਦ ਸਪਿਰਿਟ, ਬੀ ਬੀਇੰਗ ਫਿਲਡ। ਭਰੋ ਤਾਂ ਭਰਦੇ ਰਹੋ ਹੋਲੀ ਸਪਿਰਿਟ ਦੇ ਵਿੱਚ। ਓਕੇ, ਸੋ ਸਾਨੂੰ ਹਰ ਵੇਲੇ ਉਹਦੇ ਕੋਲ ਪੀਣ ਦੀ ਜ਼ਰੂਰਤ ਹੈ, ਹਰ ਵੇਲੇ ਉਹਦੇ ਕੋਲ ਚੱਲਣ ਦੀ ਜ਼ਰੂਰਤ ਹੈ, ਹਰ ਵੇਲੇ ਉਹਦੇ ਨਾਲ ਰਹਿਣ ਦੀ ਜ਼ਰੂਰਤ ਹੈ। ਅਸੀਂ ਉਹਦੇ ਕੋਲ ਪੀਂਦੇ ਰਹੀਏ ਤੇ ਫਿਰ ਕੀ ਹੋਣਾ? ਫਿਰ ਅਸੀਂ ਹਰ ਵੇਲੇ ਕਾਇਮ ਰਹਿਣਾ। ਫਿਰ ਸਾਨੂੰ ਸ਼ੱਕ ਨਹੀਂ ਹੋਣੀ ਹੈਗੀ ਅਸੀਂ ਕਿਤੇ ਦੂਰ ਤਾਂ ਨਹੀਂ ਹੋ ਗਏ, ਕਿਤੇ ਅਸੀਂ ਨਰਕਾਂ ਨੂੰ ਤਾਂ ਨਹੀਂ ਜਾ ਰਹੇ, ਕਿਤੇ ਅਸੀਂ ਰੋਂਗ ਡਾਕਟਰੀਨ ਤਾਂ ਨਹੀਂ ਫਸ ਗਏ, ਕਿਤੇ ਅਸੀਂ ਡੀਮਨ ਡਾਕਟਰੀ ਤਾਂ ਨਹੀਂ ਬਹਿ ਗਏ। ਜੇ ਅਸੀਂ ਉਹਦੇ ਨਾਲ ਚੱਲਦੇ ਹਾਂ, ਉਹਦੀ ਆਵਾਜ਼ ਨੂੰ ਸੁਣਦੇ ਹਾਂ, ਉਹਦੇ ਆਖੇ ਲੱਗਦੇ ਹਾਂ, ਸਾਨੂੰ ਪਤਾ ਅਸੀਂ ਸੇਫ ਹਾਂ। ਕਾਹਤੇ ਕਰਕੇ ਜਦੋਂ ਵੀ ਅਸੀਂ ਗਲਤ ਹੋਏ ਉਹਨੇ ਸਾਨੂੰ ਦੱਸ ਦੇਣਾ ਹੈ। ਜਦੋਂ ਸਾਨੂੰ ਉਹਦੀ ਆਵਾਜ਼ ਨਹੀਂ ਸੁਣਦੀ ਹੈਗੀ, ਅਸੀਂ ਆਪਣੀ ਮਰਜ਼ੀ ਕਰਦੇ ਹਾਂ, ਫਿਰ ਸਾਨੂੰ ਪਤਾ ਨਹੀਂ ਹੁੰਦਾ ਹੈਗਾ। ਸੋ ਬੀ ਬੀਇੰਗ ਫਿਲਡ ਵਿਦ ਦ ਹੋਲੀ ਸਪਿਰਿਟ।
ਪੰਜਵੀਂ ਚੀਜ਼ ਜਿਹੜੀ ਸਾਨੂੰ ਕਰਨ ਦੀ ਜ਼ਰੂਰਤ ਹੈ, ਜੇ ਅਸੀਂ ਆਪਾਂ ਕੀ ਇਹ ਚੀਜ਼ਾਂ ਦੇਖਦੇ ਹਾਂ, ਅਸੀਂ ਦੇਖਦੇ ਹਾਂ ਅਸੀਂ ਇਸ ਅਖੀਰਲੇ ਦਿਨਾਂ ਦੇ ਰਿਵਾਈਵਲ ਵਿੱਚ ਅਸੀਂ ਕਿੱਦਾਂ ਆ ਸਕਦੇ ਹਾਂ, ਕਿੱਦਾਂ ਉਹਦੇ ਵਿੱਚੋਂ ਰਹਿ ਸਕਦੇ ਹਾਂ, ਕਿੱਦਾਂ ਅਸੀਂ ਪਛਾਣ ਸਕਦੇ ਹਾਂ। ਪੰਜਵੀਂ ਚੀਜ਼ ਜਿਹੜੀ ਸਾਨੂੰ ਕਰਨ ਦੀ ਜ਼ਰੂਰਤ ਹੈ ਉਹ ਕੀ ਹੈ? ਬੀ ਵਿਲਿੰਗ ਟੂ ਬੀ ਓਬੀਡੀਐਂਸ। ਅਸੀਂ ਉਹਦੇ ਆਖੇ ਲੱਗਣ ਨੂੰ ਤਿਆਰ ਹੋਈਏ। ਜਦੋਂ ਵੀ ਸਾਨੂੰ ਉਹ ਕੁਛ ਕਹਿੰਦਾ ਕਰਨ ਨੂੰ, ਅਸੀਂ ਬਹੁਤ ਕਾਹਲੀ ਕਰਨ ਨੂੰ ਤਿਆਰ ਹੋਈਏ। ਇੱਦਾਂ ਨਹੀਂ ਫੇਕ ਤੇ ਕਰ ਲਵਾਂਗੇ, ਕਰਕੇ ਫੇ ਆਉਂਦਾ ਹੀ ਨਹੀਂ ਹੁੰਦਾ। ਕਦੇ ਤੁਸੀਂ ਦੇਖਿਆ ਜਦੋਂ ਅਸੀਂ ਕਈ ਵਾਰੀ ਚਰਚ ਦੇ ਵਿੱਚ ਆਪਾਂ ਬੈਠੇ ਅਸੀਂ ਸੁਣਦੇ ਹੁੰਦੇ ਹਾਂ, ਪਵਿੱਤਰ ਆਤਮਾ ਆਪਣੇ ਨਾਲ ਗੱਲਾਂ ਕਰ ਰਿਹਾ ਹੁੰਦਾ ਤੇ ਆਪਾਂ ਕਹਿੰਦੇ ਹੁੰਦੇ ਹਾਂਜੀ ਹੁਣ ਮੈਂ ਇੱਦਾਂ ਹੀ ਕਰਨੀ ਆ, ਮੈਂ ਹੁਣ ਇੱਦਾਂ ਹੀ ਆਖੇ ਲੱਗਣਾ। ਪਰ ਜਦੋਂ ਚਰਚ ਦੇ ਵਿੱਚੋਂ ਆ ਜਾਂਦੇ ਆ ਤੇ ਦੂਸਰੇ ਉਹੀ ਕੰਮ ਫੇਰ ਕਰਨ ਲੱਗ ਪੈਂਦੇ ਆ, ਤੇ ਉਹ ਜੋ ਅਸੀਂ ਉੱਥੇ ਕਮਿਟਮੈਂਟ ਕਰਦੇ ਸੀਗੇ, ਜੋ ਅਸੀਂ ਕਹਿੰਦੇ ਸੀ ਅਸੀਂ ਕਰਨਾ ਆ, ਤੇ ਸਾਨੂੰ ਫੇਰ ਮੱਧਮ ਹੋ ਜਾਂਦੇ, ਅਸੀਂ ਆਖੇ ਨਹੀਂ ਲੱਗਦੇ ਹੈਗੇ। ਇੱਥੇ ਉਹ ਸਾਨੂੰ ਦੱਸਦਾ ਬੀ ਓਬੀਡੀਐਂਸ। ਜਦੋਂ ਸਾਨੂੰ ਕੁਛ ਕਰਨ ਨੂੰ ਕਹਿੰਦਾ ਆ, ਅਸੀਂ ਆਖੇ ਲੱਗੀਏ। ਇਹ ਸਾਡੇ ਤੋਂ ਪਰਮੇਸ਼ਰ ਚਾਹੁੰਦਾ। ਜੇ ਅਸੀਂ ਫੇਰ ਅਸੀਂ ਉੱਥੇ ਰਹਿਣਾ ਜਿੱਥੇ ਅਸੀਂ ਪਰਮੇਸ਼ਰ ਚਾਹੁੰਦਾ ਆ। ਛੇਵੀਂ ਚੀਜ਼ ਜਿਹੜੀ ਬਹੁਤ ਖਾਸ ਆ, ਜ਼ਰੂਰ ਅਖੀਰਲੀ ਲਿਖੀ ਹੋਈ ਆ ਪਰ ਖਾਸ ਬਹੁਤ ਆ, ਉਹ ਕੀ ਆ? ਸਾਡੇ ਕੋਲ ਪਿਆਰ ਦਾ ਰਿਸ਼ਤਾ ਚਾਹੀਦਾ ਆ। ਪਹਿਲਾ ਪਿਆਰ ਸਾਡਾ ਪਰਮੇਸ਼ਰ ਦੇ ਨਾਲ ਚਾਹੀਦਾ ਆ। ਬਾਈਬਲ ਦੱਸਦੀ ਆ, ਲਵ ਯੋਰ ਗॉड with all your heart, with all your mind, with all your understanding, with all your being, and love your neighbor as yourself. ਇਹ ਆਪਣਾ ਸਾਰਿਆਂ ਨਾਲੋਂ ਵੱਡਾ ਟੈਸਟ ਆ। ਜੇ ਅਸੀਂ ਲਵ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਆ ਪਰਮੇਸ਼ਰ ਦੇ ਨਾਲ ਤੇ ਆਦਮੀ ਦੇ ਨਾਲ ਵੀ, ਫਿਰ ਸਾਨੂੰ ਪੱਕਾ ਪਤਾ ਆ ਅਸੀਂ ਠੀਕ ਆ। ਜਦੋਂ ਸਾਡਾ ਲਵ ਰਿਲੇਸ਼ਨਸ਼ਿਪ ਟੁੱਟ ਜਾਂਦਾ ਆ, ਫਿਰ ਅਸੀਂ ਖਤਰੇ ਦੇ ਵਿੱਚ ਆ। ਫਿਰ ਸਾਨੂੰ ਦੇਖਣਾ ਪੈਣਾ ਵੀ ਅਸੀਂ ਹੱਲੇ ਵੀ ਪਰਮੇਸ਼ਰ ਨਾਲ ਚੱਲਦੇ ਕਿ ਨਹੀਂ। ਆਪਾਂ ਨੂੰ ਪ੍ਰਭੂ ਸੱਚੀ, ਬਹੁਤ ਲੋਕੀ ਉੱਥੋਂ ਖੁੰਝਦੇ ਆ ਜਦੋਂ ਉਹ ਬਹੁਤ ਵਧੀਆ, ਆਪਾਂ ਪਿੱਛੇ ਸਟੱਡੀ ਕਰ ਹਟੇ ਆ, ਪਰ ਉਹ ਸਮਝਣ ਲੱਗ ਪੈਂਦੇ ਅਸੀਂ ਹੁਣ ਬਹੁਤ ਉੱਪਰ ਚੱਲ ਗਏ, ਸਾਨੂੰ ਹੁਣ ਲਵ ਰਿਲੇਸ਼ਨਸ਼ਿਪ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ। ਨੋ, ਇਹ ਜਿਹੜਾ ਪਿਆਰ ਦਾ ਰਿਸ਼ਤਾ ਆ, ਜਿੱਦਾਂ ਜਿੱਦਾਂ ਆਪਾਂ ਪ੍ਰਭੂ ਦੇ ਲਾਗੇ ਆਈ ਜਾਂਦੇ ਆ, ਇਹ ਜ਼ਿਆਦਾ ਡੂੰਘਾ ਹੋਈ ਜਾਂਦਾ। ਇਹ ਘਟਦਾ ਨਹੀਂ ਹੈਗਾ। ਇਦਾਂ ਨਹੀਂ ਕਹਿੰਦਾ ਹੁਣ ਜੀ ਮੈਂ ਬਹੁਤ ਉੱਚਾ ਚੱਲ ਗਿਆ, ਹੁਣ ਮੈਨੂੰ ਇਹ ਕਰਨ ਦੀ ਜ਼ਰੂਰਤ ਨਹੀਂ ਹੈਗੀ। ਨੋ, ਉਦੋਂ ਵੀ ਜ਼ਿਆਦਾ ਚਾਹੀਦਾ ਆ। ਹੁਣ ਸਾਨੂੰ ਜੇ ਕੋਈ ਸਫ਼ਰ ਕਰਦਾ ਦੇਖ ਕੇ ਸਾਡੇ ਅੱਖਾਂ ਤੋਂ ਇੰਜੂ ਆਉਣੇ ਚਾਹੀਦੇ ਆ, ਤੇ ਸਾਨੂੰ ਸਾਡਾ ਦਿਲ ਦੁਖਣਾ ਚਾਹੀਦਾ ਆ। ਕਈ ਵਾਰੀ ਬਾਈਬਲ ਦੇ ਵਿੱਚ ਦੱਸਦੇ ਆ, ਜਦੋਂ ਕੋਈ ਆ ਕੇ ਯਿਸੂ ਮਸੀਹ ਨੂੰ ਕੋਈ ਆਪਣੀ ਕਹਾਣੀ ਦੱਸਦਾ ਆ, ਇੱਕ ਔਰਤ ਦੱਸਦੀ ਆ ਮੇਰਾ ਇੱਕੋ ਹੀ ਬੇਟਾ ਸੀ, ਉਹ ਮਰ ਗਿਆ ਆ, ਤੇ ਬਾਈਬਲ ਦੱਸਦੀ ਆ ਜੀਸਸ ਵਾਸ ਮੂਵਡ ਵਿਦ ਕੰਪੈਸ਼ਨ। ਯਿਸੂ ਮਸੀਹ ਤਰਸ ਦੇ ਨਾਲ ਮੂਵਡ ਹੋਇਆ, ਉਹ ਹਿੱਲਿਆ ਵੀ ਇਸ ਔਰਤ ਦਾ ਇੱਕੋ ਹੀ ਲੜਕਾ ਸੀਗਾ, ਉਹ ਮਰ ਗਿਆ ਆ। ਕੀ ਕਰਦਾ? ਉਹਦੇ ਤਰਸ ਦੇ ਨਾਲ, ਉਹਦਾ ਕਰਕੇ ਨਾ ਉਹਦੇ ਜੋਸ਼, ਉਹਦਾ ਪਿਆਰ ਉਹਨਾਂ ਵਾਸਤੇ ਇੰਨਾ ਸੀਗਾ ਕਿ ਉਹ ਲੜਕੇ ਨੂੰ ਮੁੜ ਕੇ ਫੇਰ ਜਿੰਦਾ ਕਰ ਦਿੰਦਾ ਆ। ਸੋ ਕਿ ਜਿਹੜਾ ਲਵ ਰਿਲੇਸ਼ਨਸ਼ਿਪ ਆ, ਜਿਹੜਾ ਪਿਆਰ ਦਾ ਰਿਸ਼ਤਾ ਆ, ਉਹ ਸਾਨੂੰ ਉਹਦੇ ਨਾਲ ਰਹਿਣ ਦੀ ਜ਼ਰੂਰਤ ਆ। ਉਹ ਸਾਡਾ ਵਧਣਾ ਚਾਹੀਦਾ, ਘਟਣਾ ਨਹੀਂ ਚਾਹੀਦਾ ਹੈਗਾ। ਜਿੱਦਾਂ ਅਸੀਂ ਚੱਲਦੇ ਰਹਿੰਦੇ ਆ ਰੋਜ਼ ਦੀ ਰੋਜ਼, ਪਰਮੇਸ਼ਰ ਨਾਲ ਵੀ ਵਧਣਾ ਚਾਹੀਦਾ। ਬਹੁਤ ਲੋਕੀ ਕਹਿੰਦੇ ਇਸ ਪਰਮੇਸ਼ਰ ਨਾਲ ਬਹੁਤ ਪਿਆਰ ਕਰਦੇ ਆ, ਪਰ ਉਹਦਾ ਜਿਹੜਾ ਟੈਸਟ ਹੁੰਦਾ ਆ, ਉਹ ਜਿਹੜੇ ਸਾਡੇ ਗੁਆਂਢੀ ਆ, ਜਿਹੜੇ ਸਾਡੇ ਲਾਗੇ ਛਾਗੇ ਰਹਿੰਦੇ ਆ, ਜਿਹੜੇ ਸਾਨੂੰ ਰੋਜ਼ ਮਿਲਦੇ ਵਰਤਦੇ ਆ, ਉੱਥੇ ਟੈਸਟ ਕੀਤਾ ਜਾਂਦਾ। ਯਹੂਨਾ ਕਹਿੰਦਾ ਯਾਰ, ਜੇ ਤੂੰ ਆਪਣੇ ਭਰਾ ਦੇ ਨਾਲ ਪਿਆਰ ਨਹੀਂ ਕਰ ਸਕਿਆ ਤੇ ਪਰਮੇਸ਼ਰ ਨਾਲ ਵੀ ਨਹੀਂ ਪਿਆਰ ਕਰ ਸਕਦਾ ਹੈਗਾ। ਸੋ ਉਹ ਆਪਣਾ ਟੈਸਟ ਆ। ਸੋ ਇਹ ਜਿਹੜੇ ਛੇਵੀਂ ਆਪਣਾ ਰਿਲੇਸ਼ਨਸ਼ਿਪ ਆ, ਇਹ ਦੇਖਣ ਵਾਲਾ ਆ, ਅਸੀਂ ਹੱਲੇ ਵੀ ਪਰਮੇਸ਼ਰ ਨਾਲ ਪਿਆਰ ਕਰਦੇ ਹਾਂ। ਯਿਸੂ ਮਸੀਹ ਨੇ ਜਿਹੜੇ ਉਸ ਟਾਈਮ ਦੇ ਮਜ਼ਹਬੀ ਲੋਕ ਸੀਗੇ, ਉਹਨਾਂ ਨੂੰ ਕਹਿੰਦਾ ਹਨਾ, ਇਹ ਆਪਣੇ ਬੁੱਲਾਂ ਦੇ ਨਾਲ ਪਰਮੇਸ਼ਰ ਨਾਲ ਪਿਆਰ ਕਰਦੇ ਆ, ਪਰ ਕੰਮਾਂ ਨਾਲ ਨਹੀਂ। ਉਹ ਚਾਹੁੰਦਾ ਆ ਬੁੱਲਾਂ ਦੇ ਨਾਲ ਨਹੀਂ, ਉਹ ਦੇਖਦਾ ਸਾਡੇ ਐਕਸ਼ਨਸ ਕੀ ਆ। ਜਦੋਂ ਅਸੀਂ ਸੱਚੀ ਕੋਈ ਪਿਆਰ ਕਰਦੇ ਕਿਸੇ ਨਾਲ, ਫਿਰ ਸਾਨੂੰ ਨਾਲ ਐਕਸ਼ਨ ਚਾਹੀਦਾ ਆ। ਜੀਸਸ ਨੇ ਐਕਸ਼ਨ ਦਿਖਾ ਲਿਆ। ਜਿਹੜੀ ਔਰਤ ਦਾ ਲੜਕਾ ਮਰਿਆ ਸੀਗਾ, ਉਹਨੂੰ ਮੁੜ ਕੇ ਫੇਰ ਜਗਾ ਦਿੱਤਾ।
ਜੀਸਸ ਨੇ ਆਪਣਾ ਕੰਪੈਸ਼ਨ ਦਿਖਾ ਲਿਆ, ਆਪਣਾ ਪਿਆਰ ਦਿਖਾ ਲਿਆ। ਜਦੋਂ ਲੋਕੀ ਭੁੱਖੇ ਸੀਗੇ ਉਹਨਾਂ ਨੂੰ ਰੋਟੀ ਖਿਲਾਤੀ। ਸੋ ਕੀ ਹੋਇਆ, ਸਾਨੂੰ ਫਿਰ ਦਿਖਾਲਣਾ ਪੈਂਦਾ ਹੈ ਅਸੀਂ ਪਿਆਰ ਕਰਦੇ ਹਾਂ। ਇਹ ਪਰਮੇਸ਼ਰ ਐਕਸ਼ਨਸ ਦੇਖਣਾ ਚਾਹੁੰਦਾ ਹੈ। ਆਮੀਨ। ਸੋ ਆਪਾਂ ਹੁਣ ਦੇਖਦੇ ਹਾਂ, ਥੋੜ੍ਹੇ ਜਿਹੇ ਮਿੰਟ ਆਪਣੇ ਕੋਲ ਹੈਗੇ ਆ। ਸੋ ਦੋ ਚੀਜ਼ਾਂ ਆਪਾਂ ਦੇਖਾਂਗੇ ਅੱਜ। ਪਹਿਲੀ ਚੀਜ਼ ਜਿਹੜੀ ਮੈਂ ਆਪਾਂ ਦੱਸਿਆ ਸੀ, ਰਿਪੈਂਟੈਂਸ। ਸਾਨੂੰ ਤੋਬਾ ਕਰਨ ਦੀ ਜ਼ਰੂਰਤ ਆ। ਬਹੁਤ ਵਾਰੀ ਲੋਕੀ ਸਾਨੂੰ ਦੱਸਦੇ ਆ, ਜਦੋਂ ਆਪਾਂ ਨਹੀਂ ਯਿਸੂ ਮਸੀਹ ਨੂੰ ਜਾਣਦੇ ਸੀ, ਕੀ ਕਹਿੰਦੇ ਹੁੰਦੇ ਸੀ? ਉਹ ਕਹਿੰਦੇ ਹੁੰਦੇ ਸੀ ਸ਼ਰਾਬ ਛੱਡ ਦਿਓ, ਸੈਕਟਾਂ ਛੱਡ ਦਿਓ, ਆਹ ਛੱਡ ਦਿਓ, ਆਹ ਛੱਡ ਦਿਓ, ਤਾਂ ਪਰਮੇਸ਼ਰ ਦੇ ਮਗਰ ਲੱਗਣਾ ਚੱਲ ਜਾਓ। ਪਰ ਪ੍ਰੋਬਲਮ ਇਹ ਹੁੰਦੀ ਆ, ਸਾਡੇ ਕੋਲ ਛੱਡ ਨਹੀਂ ਹੁੰਦੀਆਂ ਹੈਗੀਆਂ। ਪਰਮੇਸ਼ਰ ਦਾ ਬਚਨ ਕੀ ਕਹਿੰਦਾ? ਉਹ ਕਹਿੰਦਾ ਰਿਪੈਂਟ, ਤੋਬਾ ਕਰੋ। ਹੋਰ ਸਾਰੇ ਸਾਨੂੰ ਸਿਖਾਉਂਦੇ ਆ ਚੰਗੇ ਕੰਮ ਕਰਨ ਲੱਗੋ। ਬਾਈਬਲ ਸਿਖਾਉਂਦੀ ਆ ਪਹਿਲਾਂ ਤੁਹਾਨੂੰ ਕੁਛ ਕਰਨ ਦੀ ਜ਼ਰੂਰਤ ਹੈ, ਤੋਬਾ ਕਰਨ ਦੀ ਜ਼ਰੂਰਤ ਹੈ। ਤੋਬਾ ਕਾਹਤੋਂ ਕਰਨੀ ਹੈ? ਅਸੀਂ ਪਰਮੇਸ਼ਰ ਤੋਂ ਦੂਸਰੇ ਪਾਸੇ ਨੂੰ ਜਾ ਰਹੇ ਹਾਂ। ਜਦੋਂ ਅਸੀਂ ਤੋਬਾ ਕਰਦੇ ਹਾਂ, ਫਿਰ ਅਸੀਂ ਮੁੜ ਕੇ ਫਿਰ ਗੇੜਾ ਕੱਢ ਕੇ ਤੇ ਪਰਮੇਸ਼ਰ ਵੱਲ ਨੂੰ ਫਿਰ ਆਉਣ ਲੱਗ ਪੈਂਦੇ। ਸੋ ਕੀ ਕਹਿੰਦਾ? ਤੋਬਾ ਕਰਨੀ ਪੈਣੀ ਪਹਿਲਾਂ, ਆਪਣੇ ਪਾਪਾਂ ਦੀ ਮਾਫੀ ਮੰਗਣੀ ਪੈਣੀ ਆ। ਪਰਮੇਸ਼ਰ ਦੇ ਕੋਲ ਆ ਕੇ ਕਹਿਣਾ ਪੈਣਾ ਆ, ਜਿਹੜੇ ਮੇਰੇ ਰਾਸਤੇ ਸੀ ਉਹ ਗਲਤ ਸੀ, ਜਿਹੜੇ ਰਾਸਤੇ ਮੈਂ ਚੱਲ ਰਿਹਾ ਸੀ ਉਹ ਸਹੀ ਨਹੀਂ ਹੈਗੇ, ਜਿੱਦਾਂ ਮੈਂ ਆਪਣਾ ਜੀਵਨ ਰਹਿ ਰਿਹਾ ਹਾਂ ਉਹ ਸਹੀ ਨਹੀਂ ਹੈਗਾ, ਜੋ ਮੈਂ ਦੂਸਰਿਆਂ ਨੂੰ ਪਿਆਰ ਨਹੀਂ ਕੀਤਾ ਹੈਗਾ, ਦੂਸਰਿਆਂ ਨੂੰ ਸਹੀ ਨਹੀਂ ਵਰਤਿਆ, ਉਹ ਗਲਤ ਸੀਗਾ। ਮੈਂ ਤੋਬਾ ਕਰਦਾ, ਮੈਂ ਰਿਪੈਂਟ ਕਰਦਾ ਉਹ ਤੋਂ। ਜਿੰਨਾ ਚਿਰ ਅਸੀਂ ਆ ਕੇ ਕਹਿੰਦੇ ਨਹੀਂ ਪਰਮੇਸ਼ਰ ਦੇ ਮੂਹਰੇ, ਜ਼ਰੂਰੀ ਨਹੀਂ ਅਸੀਂ ਲੋਕਾਂ ਦੇ ਕੋਲ ਜਾ ਕੇ ਰਿਪੈਂਟ ਕਰੀਏ। ਇਹ ਜਿਹੜਾ ਰਿਪੈਂਟੈਂਸ ਹੈ ਸਾਡੇ ਕੋਲ ਪਰਮੇਸ਼ਰ ਦੇ ਕੋਲ ਜਾ ਕੇ ਕਰਨਾ ਪੈਂਦਾ, ਉਹਦੇ ਮੂਹਰੇ ਬਹਿ ਕੇ ਕਰਨਾ ਪੈਂਦਾ। ਮੈਂ ਤੋਬਾ ਕਰਦਾ ਹਾਂ, ਮੈਂ ਪਛਾਣਦਾ ਮੈਂ ਰੋਂਗ ਰਸਤੇ ਤੇ ਹਾਂ, ਮੈਂ ਸਹੀ ਰਸਤੇ ਤੇ ਆਉਣਾ ਚਾਹੁੰਦਾ ਹਾਂ। ਤੇ ਫਿਰ ਪਹਿਲੀ ਚੀਜ਼ ਸਾਨੂੰ ਇਹ ਕਰਨ ਦੀ ਜ਼ਰੂਰਤ ਹੈ। ਮਾਰਕਸ ਦੀ ਕਿਤਾਬ ਦੇ ਵਿੱਚ ਉਹਦਾ ਪਹਿਲਾ ਚੈਪਟਰ ਤੇ ਉਹਦੀ ਚੌਥੀ ਤੇ ਪੰਜਵੀਂ ਆਇਤ ਦੇ ਵਿੱਚ ਅਸੀਂ ਦੇਖਦੇ ਹਾਂ, ਜਦੋਂ ਯਿਸੂ ਮਸੀਹ ਦੇ ਯਹੂਨਾ ਪਹਿਲਾਂ ਪ੍ਰਚਾਰ ਕਰਨ ਲੱਗਦਾ ਆ, ਜਿਹੜਾ ਯਹੂਨਾ ਬੈਪਟਿਜ਼ਮ ਦੇਣ ਵਾਲਾ ਸਾਡੇ ਆ, ਤੇ ਉਹ ਕੀ ਕਰਦਾ ਹੈ। ਹਾਂਜੀ, ਉਹਦੇ ਬਾਰੇ ਆਪਾਂ ਦੇਖਦੇ ਹਾਂ। ਹਾਂਜੀ, ਮਾਰਕਸ ਉਹਦਾ ਪਹਿਲਾ ਚੈਪਟਰ ਚੌਥੀ ਤੇ ਪੰਜਵੀਂ ਆਇਤ ਵਿੱਚ ਇੱਦਾਂ ਲਿਖਿਆ, ਯਹੂਨਾ ਆਇਆ ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਸੀ ਔਰ ਪਾਪਾਂ ਦੀ ਮਾਫੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ, ਅਤੇ ਸਾਰਾ ਯਹੂਦੀਆ ਦੇਸ ਔਰ ਯਰੂਸ਼ਲਮ ਦੇ ਸਾਰੇ ਰਹਿਣ ਵਾਲੇ ਨਿਕਲ ਕੇ ਉਹਦੇ ਕੋਲ ਚਲੇ ਆਉਂਦੇ ਅਤੇ ਆਪੋ ਆਪਣਿਆਂ ਪਾਪਾਂ ਨੂੰ ਮੰਨ ਕੇ ਜਰਦਨ ਨਦੀ ਵਿੱਚ ਉਹਦੇ ਹੱਥੋਂ ਬਪਤਿਸਮਾ ਲੈਂਦੇ ਸਨ। ਆਮੀਨ। ਕੀ ਹੋਇਆ? ਸੋ ਪਰਮੇਸ਼ਰ ਨੇ ਪਹਿਲਾਂ ਯਹੂਨਾ ਨੂੰ ਭੇਜਿਆ, ਜੀਸਸ ਨੇ ਉਦੋਂ ਬਾਅਦ ਆਉਣਾ ਸੀ, ਉਹ ਤਿਆਰੀ ਕਰਦਾ ਆ, ਤੇ ਲੋਕੀ ਤੋਬਾ ਕਰਦੇ ਆ। ਬਾਈਬਲ ਕੀ ਦੱਸਦੀ ਹੈ? ਸਾਰੇ ਮੁਲਕ ਦੇ ਚਾਰ ਚੁਫੇਰਿਓਂ ਲੋਕੀ ਆਉਂਦੇ ਆ। ਉਹ ਕੋਈ ਮਿਰਕਲ ਨਹੀਂ ਉਹਨੇ ਕੀਤੀ, ਕੋਈ ਹੈਰਾਨਗਰੀ ਕੰਮ ਨਹੀਂ ਕੀਤਾ। ਓਕੇ, ਉਹ ਆਉਂਦੇ ਆ, ਇੱਕ ਤੋਬਾ ਹੀ ਕਰਦੇ ਆ। ਉਹ ਪਛਾਣਦੇ ਆ ਅਸੀਂ ਪਾਪ ਕੀਤਾ ਹੈ, ਉਹ ਪਛਾਣਦੇ ਅਸੀਂ ਗਲਤ ਆ, ਤੇ ਉਹ ਫਿਰ ਜਦੋਂ ਤੋਬਾ ਕਰਦੇ ਆ ਤੇ ਉਹਨਾਂ ਨੂੰ ਪਾਣੀ ਵਿੱਚ ਬੈਪਟਿਜ਼ਮ ਦੇਂਦਾ ਆ, ਦਿਖਾਲਣ ਨੂੰ ਵੀ ਇਹਨੇ ਤੋਬਾ ਕਰ ਲਈ ਆ। ਸੋ ਕੀ ਹੋਇਆ? ਪਹਿਲਾਂ ਸਾਨੂੰ ਤੋਬਾ ਕਰਨ ਦੀ ਜ਼ਰੂਰਤ। ਜਦੋਂ ਜੀਸਸ ਆਇਆ ਉਹ ਵੀ ਸਾਨੂੰ ਇਹ ਦੱਸਣ ਲੱਗਾ। ਪਹਿਲਾਂ ਮਥੀ 4 ਤੇ ਉਹਦੀ 17ਵੀਂ ਆਇਤ। ਮੈਥਿਊ ਚੈਪਟਰ 4 ਵਰਸ 17। ਉਸੇ ਵੇਲਿਓਂ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ ਵੀ ਤੋਬਾ ਕਰੋ, ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ। ਆਮੀਨ। ਸੋ ਜਦੋਂ ਜੀਸਸ 40 ਦਿਨ ਵਰਤ ਰੱਖ ਕੇ ਆਇਆ ਮੁੜ ਕੇ ਫਿਰ ਜੋਰਡਨ ਦੇ ਵਿੱਚ, ਤੇ ਪਹਿਲਾ ਜਿਹੜਾ ਉਹਦਾ ਪ੍ਰਚਾਰ ਸੀਗਾ, ਕੋਈ ਮਿਰਕਲ ਨਹੀਂ ਹਲੇ ਕੀਤੀ, ਕੁਛ ਨਹੀਂ ਕੀਤਾ। ਉਹ ਕੀ ਕਹਿੰਦਾ? ਤੋਬਾ ਕਰੋ, ਰਿਪੈਂਟ। ਸੱਚੀ, ਜੇ ਅਸੀਂ ਪਰਮੇਸ਼ਰ ਦੇ ਕੋਲ ਆਉਣਾ ਚਾਹੁੰਦੇ ਹਾਂ, ਜੇ ਅਸੀਂ ਚਾਹੁੰਦੇ ਹਾਂ ਅਸੀਂ ਸਹੀ ਹੋ ਜਾਈਏ, ਫਿਰ ਸਾਨੂੰ ਪਹਿਲਾਂ ਤੋਬਾ ਕਰਨ ਦੀ ਜ਼ਰੂਰਤ ਹੈ। ਉਹ ਕਹਿੰਦਾ ਪਰਮੇਸ਼ਰ ਦੀ ਕਿੰਗਡਮ, ਉਹਦਾ ਰਾਜ ਲਾਗੇ ਹੀ ਆ, ਪਰ ਪਹਿਲਾਂ ਤੋਬਾ ਕਰਨ ਦੀ ਜ਼ਰੂਰਤ ਆ। ਉਹਨੇ ਇਦਾਂ ਨਹੀਂ ਕਿਹਾ, ਅੱਛਾ ਜੀ ਤੁਹਾਡੇ ਤੋਂ ਤੁਸੀਂ ਜਿਹੜੇ ਤੁਹਾਡੇ ਮਾੜੇ ਕੰਮ ਸੀ ਉਹ ਛੱਡ ਦਿਓ। ਓਕੇ, ਤੁਸੀਂ ਗਾਲਾਂ ਕੱਢਦੇ ਸੀ, ਤੁਸੀਂ ਆਹ ਕਰਦੇ ਸੀ, ਆਹ ਕਰਦੇ ਹੋ, ਅੱਜ ਬੰਦ ਕਰ ਦਿਓ ਹੁਣ।
ਨੋ, ਕਹਿੰਦਾ ਤੋਬਾ ਕਰੋ, ਰਿਪੈਂਟ। ਤੇ ਫਿਰ ਉਹਨਾਂ ਨੂੰ ਰਿਪੈਂਟੈਂਸ ਦਾ ਉਹ ਬੈਪਟਿਜ਼ਮ ਦਿੰਦੇ ਆ, ਤੇ ਫਿਰ ਉਹ ਜਦੋਂ ਯਿਸੂ ਮਸੀਹ ਹੁਣ ਆ ਸਕਦੇ ਸੀ। ਆਪਣੀ ਤਿਆਰੀ ਕਰਨ ਨੂੰ ਪਹਿਲਾਂ ਰਿਪੈਂਟ ਚਾਹੀਦਾ ਆ। ਬਾਈਬਲ ਦੱਸਦੀ ਹੈ ਸਾਨੂੰ ਕਾਹਤੇ ਰਿਪੈਂਟ ਕਰਨ ਦੀ ਜ਼ਰੂਰਤ ਆ। ਰੋਮੀਓ ਦੀ ਕਿਤਾਬ ਉਹਦਾ 6ਵਾਂ ਚੈਪਟਰ ਤੇ ਉਹਦੀ 23ਵੀਂ ਆਇਤ ਦੇ ਵਿੱਚ ਦੱਸਦਾ ਆ, ਹਾਂਜੀ, ਰੋਮਨਸ ਚੈਪਟਰ 6 ਵਰਸ 23, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ਿਸ਼ ਮਸੀਹ ਯਿਸੂ ਸਾਡੇ ਪ੍ਰਭੂ ਦੇ ਵਿੱਚ ਸਦੀਪਕ ਜੀਵਨ ਹੈ। ਆਮੀਨ। ਓਕੇ, ਸੋ ਕੀ ਕਹਿੰਦਾ? ਉਹ ਕਹਿੰਦਾ ਪਾਪ ਦੀ ਮਜ਼ਦੂਰੀ ਮੌਤ ਆ। ਉਹ ਇਦਾਂ ਨਹੀਂ ਕਹਿੰਦਾ ਹੈਗਾ ਜੇ ਤੁਸੀਂ ਬਹੁਤ ਪਾਪ ਕਰ ਲਿਆ ਤੁਸੀਂ ਫਿਰ ਨਰਕ ਨੂੰ ਚਲ ਜਾਣਾ। ਨੋ, ਪਾਪ ਦੀ ਮਜ਼ਦੂਰੀ ਮੌਤ ਆ। ਜੇ ਇੱਕ ਵੀ ਪਾਪ ਕਰ ਲਿਆ ਉਹਦਾ ਰਿਜ਼ਲਟ ਕੀ ਆ? ਬਈ ਤੁਸੀਂ ਨਰਕਾਂ ਨੂੰ ਚਲ ਜਾਣਾ, ਸਦਾ ਉੱਥੇ ਵਾਸਤੇ ਰਹਿਣਾ, ਮਰਨਾ ਨਹੀਂ ਹੈਗਾ, ਅੱਗ ਦੇ ਵਿੱਚ ਲੂਸਦੇ ਰਹਿਣਾ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਦੱਸ ਰਿਹਾ ਆ ਸਾਨੂੰ ਤੋਬਾ ਕਰਨ ਦੀ ਜ਼ਰੂਰਤ ਹੈ, ਨਹੀਂ ਤਾਂ ਅਸੀਂ ਨਰਕਾਂ ਦੇ ਰਸਤੇ ਨੂੰ ਜਾ ਰਹੇ ਹਾਂ। ਸਾਨੂੰ ਪਰਮੇਸ਼ਰ ਮੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਸਾਨੂੰ ਜਗਾਉਣ ਦੀ ਕੋਸ਼ਿਸ਼ ਕਰ। ਜਦੋਂ ਰਿਵਾਈਵਲ ਆਉਂਦਾ ਆ ਉਦੋਂ ਸਾਡੇ ਵਾਸਤੇ ਬਹੁਤ ਰੀਅਲ ਚੀਜ਼ ਹੋ ਜਾਂਦੀ ਹੈ। ਸੱਚੀ ਇਹ ਤਾਂ ਹੀ ਆਪਾਂ ਇਹਦੇ ਬਾਰੇ ਸਿੱਖ ਰਹੇ ਹਾਂ। ਕਹਿੰਦਾ ਸਾਨੂੰ ਰਿਪੈਂਟ ਕਰਨ ਦੀ ਜ਼ਰੂਰਤ ਹੈ, ਪਰ ਕਹਿੰਦਾ ਦ ਗਿਫਟ ਆਫ ਗਾਡ ਇਜ਼ ਇਟਰਨਲ ਲਾਈਫ। ਪਰਮੇਸ਼ਰ ਦਾ ਜਿਹੜਾ ਤੋਹਫਾ ਆ ਉਹ ਜੀ ਮਿਲੀਅਨ ਪਾਉਣ ਨੂੰ ਆਉਂਦਾ। ਨੋ, ਤੋਹਫਾ ਕੀ ਹੁੰਦਾ? ਜਿਹੜਾ ਫ੍ਰੀ ਹੁੰਦਾ ਹੈ। ਕੋਈ ਜਦੋਂ ਆਪਾਂ ਨੂੰ ਗਿਫਟ ਆ ਕੇ ਦਿੰਦਾ ਉਹ ਇੱਦਾਂ ਨਹੀਂ ਕਹਿੰਦਾ ਜੀ ਮੈਂ ਤੁਹਾਨੂੰ ਗਿਫਟ ਦੇਣ ਲੱਗਾ ਜੀ ਤੁਸੀਂ ਮੈਨੂੰ ਇੰਨੇ ਲੱਖ ਦੇ ਦਿਓ। ਨੋ, ਉਹ ਫ੍ਰੀ ਆ। ਜੇ ਗਿਫਟ ਆ ਤਾਂ ਫ੍ਰੀ ਆ, ਉਹ ਤੋਹਫਾ ਦੇਤਾ ਉਹਨੇ। ਇੱਥੇ ਕਹਿੰਦਾ ਤੋਹਫਾ ਜਿਹੜਾ ਉਹ ਕੀ ਆ? ਉਹ ਕਹਿੰਦਾ ਇਟਰਨਲ ਲਾਈਫ, ਸਦਾ ਦਾ ਜੀਵਨ ਪਰਮੇਸ਼ਰ ਦੇ ਨਾਲ। ਦੇਖੋ, ਜੇ ਸਾਨੂੰ ਕੋਈ ਸਦਾ ਦਾ ਜੀਵਨ ਦੇ ਰਿਹਾ ਆ, ਅਸੀਂ ਨਾ ਕਾਹਤੇ ਕਰ ਰਹੇ ਹਾਂ? ਇੱਥੇ ਸਾਨੂੰ ਇਹ ਪਾਉਣ ਦੀ ਜ਼ਰੂਰਤ ਆ। ਬਹੁਤ ਲੋਕੀ ਨਾ ਕਰ ਰਹੇ ਆ, ਪਰ ਕਹਿੰਦਾ ਉਹ ਸਦਾ ਦਾ ਜੀਵਨ ਯਿਸੂ ਮਸੀਹ ਦੇ ਵਿੱਚ ਆ। ਇਟਸ ਇਨ ਜੀਸਸ। ਲੋਕੀ ਪਾਉਣਾ ਚਾਹੁੰਦੇ ਆ ਪਰ ਉਹ ਜੀਸਸ ਵਿੱਚ ਨਹੀਂ ਆਉਣਾ ਚਾਹੁੰਦੇ ਹੈਗੇ। ਭੈਣੋ ਤੋਂ ਭਰਾਵੋ, ਉਹ ਜੀਵਨ ਕੱਲਾ ਯਿਸੂ ਦੇ ਵਿੱਚ ਹੀ ਆ, ਹੋਰ ਕਿਤੇ ਜੀਵਨ ਨਹੀਂ ਮਿਲਦਾ ਹੈਗਾ। ਬਹੁਤ ਲੋਕੀ ਕਮਾਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦੇ ਖਿਆਲ ਦੇ ਵਿੱਚ ਕਿਸੇ ਤਰ੍ਹਾਂ ਦੀ ਉਹ ਭਗਤੀ ਕਰਕੇ ਪਾ ਲੈਣਗੇ। ਉਹਨਾਂ ਦੇ ਖਿਆਲ 'ਚ ਕਿਸੇ ਚੰਗੇ ਕੰਮ ਕਰਕੇ ਉਹ ਪਾ ਲੈਣਗੇ। ਉਹਨਾਂ ਦੇ ਖਿਆਲ ਦੇ ਵਿੱਚ ਜੇ ਉਹ ਕਿਤੇ ਕਿਸੇ ਪਵਿੱਤਰ ਜਗ੍ਹਾ ਦੇ ਵਿੱਚ ਜਾਣਗੇ ਤੇ ਉੱਥੇ ਪਾ ਲੈਣਗੇ। ਜੇ ਕਿਸੇ ਸੰਤ ਨੂੰ ਮਿਲ ਲੈਣਗੇ ਖਰੇ ਉਹ ਕੋ ਪਾ ਲੈਣਗੇ। ਪਰ ਸੱਚੀ ਗੱਲ ਆ, ਉਹ ਪਾ ਨਹੀਂ ਸਕਦੇ ਹੈਗੇ। ਇਹ ਇਕੱਲੀ ਯਿਸੂ ਮਸੀਹ ਦੇ ਕੋਲ ਮਿਲਦੀ ਕਰਕੇ ਉਹਨੇ ਇਕੱਲੀ ਜੀਵਨ ਆਪਣਾ ਦਿੱਤਾ ਆ। ਸਾਡੇ ਪਾਪਾਂ ਦੀ ਸਜ਼ਾ ਉਹਨੇ ਹੀ ਝੱਲੀ ਆ ਤੇ ਉਹ ਹੀ ਸਾਨੂੰ ਜੀਵਨ ਸਦਾ ਦੇ ਸਕਦਾ ਹੈ। ਇਹ ਅੱਜ ਜੇ ਤੁਸੀਂ ਹਲੇ ਨਹੀਂ ਪਾਇਆ ਜੀਸਸ ਨੂੰ, ਤੁਸੀਂ ਅੱਜ ਪਾ ਸਕਦੇ ਹੋ, ਅੱਜ ਤੋਬਾ ਕਰ ਸਕਦੇ ਹੋ। ਅੱਜ ਤੁਹਾਨੂੰ ਉਹ ਬੁਲਾ ਰਿਹਾ ਹੈ। ਹੋ ਸਕਦਾ ਤੁਸੀਂ ਕਹਿੰਦੇ ਹੋ ਅਸੀਂ ਤਾਂ ਕ੍ਰਿਸਚੀਅਨ ਹਾਂ, ਅਸੀਂ ਤਾਂ ਆਲਰੇਡੀ ਜੀਸਸ ਨੂੰ ਪਾਇਆ ਹੈ। ਓਕੇ, ਪਰ ਫੇਰ ਵੀ ਸਾਨੂੰ ਆਪਣਾ ਜੀਵਨ ਦੇਖਣ ਦੀ ਜ਼ਰੂਰਤ ਹੈ। ਅੱਜ ਫੇਰ ਸਾਨੂੰ ਮੁੜ ਕੇ ਫੇਰ ਆਪਣੇ ਜੀਵਨ ਦੇ ਵਿੱਚ ਨਿਗਾਹ ਮਾਰਨ ਦੀ ਜ਼ਰੂਰਤ ਹੈ। ਹੋਲੀ ਸਪਿਰਿਟ ਸਾਨੂੰ ਕੁਝ ਦੱਸ ਰਿਹਾ ਹੈ, ਸਾਨੂੰ ਸੁਣਨ ਦੀ ਜ਼ਰੂਰਤ ਹੈ। ਉਹ ਕੀ ਦੱਸ ਰਿਹਾ ਆ? ਉਹ ਕਹਿੰਦਾ ਕੋਈ ਨਿੱਕਾ ਜਿਹਾ ਪਾਪ ਤੁਹਾਡੇ ਜੀਵਨ ਵਿੱਚ ਦਿਖਦਾ ਆ। ਉਹ ਕਹਿੰਦਾ ਜਗਦੀਸ਼, ਇਸ ਪਾਪ ਤੋਂ ਤੋਬਾ ਕਰਨ ਦੀ ਜ਼ਰੂਰਤ ਹੈ, ਇੱਥੋਂ ਮਾਫੀ ਮੰਗਣ ਦੀ ਜ਼ਰੂਰਤ ਹੈ। ਪਰ ਅਸੀਂ ਉੱਥੋਂ ਆਪਣਾ ਦਿਲ ਨੂੰ ਸਖਤ ਬਣਾ ਲੈਂਦੇ ਹਾਂ। ਅਸੀਂ ਕਹਿੰਦੇ ਹਾਂ ਤਾਂ ਨਿਗਾਹ ਜਾਈ ਆ, ਇਹਦਾ ਕੋਈ ਨਹੀਂ। ਪਰ ਆਪਾਂ ਦੇਖਦੇ ਹਾਂ ਬਾਈਬਲ ਕਹਿੰਦੀ ਆ ਵੀ ਸਾਨੂੰ ਤੋਬਾ ਕਰਨ ਦੀ ਜ਼ਰੂਰਤ ਹੈ। ਪਹਿਲਾ ਯਹੂਨਾ ਉਹਦਾ ਪਹਿਲਾ ਹੀ ਚੈਪਟਰ ਉਹਦੀ 9 ਤੇ 10 ਆਇਤ ਆਪਾਂ ਪੜ੍ਹਾਂਗੇ। ਫਰਸਟ ਜੌਨ ਜਿਹੜੇ ਪਿੱਛੇ ਲੈਟਰਸ ਵਾ ਉਹ ਆ ਫਰਸਟ ਜੌਨ ਫਰਸਟ ਚੈਪਟਰ ਵਰਸ 9 ਐਂਡ 10। ਜੇ ਅਸੀਂ ਆਪਣੀਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਵਫਾਦਾਰ ਅਤੇ ਧਰਮੀ ਹੈ ਕਿ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਜੇ ਆਖੀਏ ਕਿ ਅਸੀਂ ਅਸਾਂ ਪਾਪ ਨਹੀਂ ਕੀਤਾ ਹੈ ਤਾਂ ਉਹਨੂੰ ਝੂਠਾ ਬਣਾਉਂਦੇ ਹਾਂ ਅਤੇ ਉਹਦਾ ਵਚਨ ਸਾਡੇ ਵਿੱਚ ਹੈ ਨਹੀਂ। ਆਮੇਨ। ਸੋ ਯਹੂਨਾ ਇੱਥੇ ਕ੍ਰਿਸਚੀਅਨਸ ਨੂੰ ਕਹਿੰਦਾ ਆ, ਜਿਹੜੇ ਆਲਰੇਡੀ ਪ੍ਰਭੂ ਨੂੰ ਜਾਣਦੇ ਸੀ, ਉਹਨਾਂ ਨਾਲ ਗੱਲ ਕਰ ਰਿਹਾ। ਉਹਨਾਂ ਨੂੰ ਚਿੱਠੀ ਪਾਈ ਸੀ, ਜੇ ਤੁਸੀਂ ਪੜ੍ਹ ਕੇ ਦੇਖੋ ਉਹਨੇ ਚਰਚ ਨੂੰ ਚਿੱਠੀ ਪਾਈ ਸੀ ਇਹ,
ਓਕੇ, ਤੇ ਉਹ ਕੀ ਕਹਿ ਰਿਹਾ, ਕਹਿੰਦਾ ਇਫ ਵੀ ਕਨਫੈਸ ਆਵਰ ਸਿਨਸ ਹੀ ਇਜ਼ ਫੇਥਫੁਲ ਐਂਡ ਜਸਟ ਟੂ ਫੋਰਗਿਵ ਅਸ ਆਵਰ ਸਿਨਸ। Amen. ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਾਂਗੇ, ਉਹ ਵਫਾਦਾਰ ਆ, ਹਮ, ਸਾਡੇ ਪਾਪਾਂ ਨੂੰ ਮਾਫ ਕਰ ਦੂਗਾ। ਬਹੁਤ ਵਾਰੀ ਅਸੀਂ ਪਾਪਾਂ ਤੋਂ ਐਕਸਕਿਊਜ਼ ਬਣਾਉਣਾ ਚਾਹੁੰਦੇ ਹਾਂ, ਉਹ ਮੇਰੀ ਗਲਤੀ ਨਹੀਂ ਹੈਗੀ ਜੀ, ਉਹਦੀ ਗਲਤੀ ਆ, ਉਹਨੇ ਮੈਨੂੰ ਬਹੁਤ ਬੁਰਾ ਬੋਲਿਆ ਸੀ, ਮੇਰੀ ਗਲਤੀ ਨਹੀਂ ਜੀ, ਉਹ ਡਿਜ਼ਰਵ ਹੀ ਇਦਾਂ ਦਾ ਕਰਦਾ ਸੀ, ਉਹ ਇਦਾਂ ਹੀ ਉਹਨਾਂ ਨਾਲ ਹੋਣੀ ਚਾਹੀਦੀ ਸੀਗੀ। ਹਮ, ਓਕੇ, ਪਰ ਪ੍ਰਭੂ ਇੱਥੇ ਕਹਿੰਦਾ ਜੇ ਤੁਸੀਂ ਇਕਰਾਰ ਕਰੋਗੇ ਫੇਰ ਹੀ ਮਾਫੀ ਮਿਲਣੀ, ਫਿਰ ਉਹ ਸਾਨੂੰ ਕਲੈਂਸ ਕਰਦਾ ਹੈ। Amen. ਜੇ ਅਸੀਂ ਕਹਿੰਦੇ ਹਾਂ ਪਾਪ ਛੋਟੇ ਜਿਹੇ ਆ, ਇਹ ਕੁਛ ਵੀ ਨਹੀਂ ਹੈਗਾ, ਇਹ ਠੀਕ ਆ, ਫਿਰ ਉਹ ਸਾਨੂੰ 10ਵੀਂ ਆਇਤ ਵਿੱਚ ਕੀ ਕਹਿੰਦਾ ਹੈ, ਇੱਕ ਵਾਰੀ ਫਿਰ ਪੜ੍ਹਿਓ। If we say that we have not sinned, we make him a liar and the word is not in us. Amen. ਪਹਿਲਾ ਯਹੂਨਾ ਪਹਿਲਾ ਚੈਪਟਰ ਤੇ ਉਹਦੀ 10ਵੀਂ ਆਇਤ ਵਿੱਚ ਇਦਾਂ ਲਿਖਿਆ, ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ, ਭਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਜੇ ਆਖੀਏ ਵੀ ਅਸਾਂ ਪਾਪ ਨਹੀਂ ਕੀਤਾ ਹੈ ਤਾਂ ਉਹਨੂੰ ਝੂਠਾ ਬਣਾਉਂਦੇ ਆ ਅਤੇ ਉਹਦਾ ਵਚਨ ਸਾਡੇ ਵਿੱਚ ਹੈ ਨਹੀਂ। ਆਮੀਨ। ਸੋ ਇਸ ਕਰਕੇ ਸਾਨੂੰ ਜੀਵਨ ਦੇਖਣ ਦੀ ਜ਼ਰੂਰਤ ਹੈ, ਸਾਨੂੰ ਮੁੜ ਕੇ ਫਿਰ ਅੱਜ ਆਪਣੇ ਆਪ ਨੂੰ ਵੇਟ ਨਾ ਕਰੋ, ਜੇ ਹੋਰ ਕੋਈ ਤੁਹਾਨੂੰ ਆ ਕੇ ਪੁਆਇੰਟ ਆਊਟ ਕਰੇ, ਆਪ ਹੀ ਆਪਣੇ ਜੀਵਨ ਨੂੰ ਦੇਖ ਕੇ ਤੇ ਪ੍ਰਭੂ ਦੇ ਕੋਲ ਤੋਬਾ ਕਰ ਲਓ, ਉਹ ਤੋਂ ਮਾਫੀ ਮੰਗ ਲਓ, ਮੁੜ ਕੇ ਫਿਰ ਉਹ ਤੁਹਾਨੂੰ ਠੀਕ ਕਰ ਦਊਗਾ। ਸੱਚੀ ਆਹ ਜਿਹੜੀ ਇਸ ਵੇਲੇ ਅਵੇਕਨਿੰਗ ਆ ਰਹੀ ਹੈ, ਬਹੁਤ ਅਜੀਬ ਹੋਣੀ ਆ, ਕਦੇ ਵੀ ਇਦਾਂ ਆਇਆ ਨਹੀਂ ਹੈਗਾ ਜਿੰਨਾ ਅੱਜ ਕੱਲ੍ਹ ਆਉਣਾ ਆ। ਕਈ ਵਾਰੀ ਰਿਵਾਈਵਲਸ ਆਉਂਦੇ ਸੀ, ਜਿੱਦਾਂ ਮੈਂ ਦੱਸਦਾ ਵੇਲਸ ਵਿੱਚ ਆਇਆ ਸੀਗਾ, ਸਿਆਲਕੋਟ ਆਇਆ ਸੀਗਾ, ਹੋਰ ਕਈ ਜਗ੍ਹਾ ਦੇ ਵਿੱਚ ਆਇਆ, ਇੱਥੇ ਸਕਾਟਲੈਂਡ ਦੇ ਵਿੱਚ ਆਇਆ ਸੀਗਾ, ਪਰ ਜਿਹੜਾ ਆਹ ਹੋਣਾ ਇਟਸ ਗੋਇੰ ਟੂ ਬੀ ਆਲ ਓਵਰ ਦ ਵਰਲਡ, ਇਹ ਸਾਰੀ ਦੁਨੀਆ ਦੇ ਵਿੱਚ ਆਉਣਾ ਹੈ ਤੇ ਬਹੁਤ ਕੰਮ ਪ੍ਰਭੂ ਦਾ ਹੋਣਾ ਹੈ। ਪਰ ਇਹ ਸਾਨੂੰ ਇਹਦੇ ਵਿੱਚ ਸਾਨੂੰ ਜਾਗਣ ਦੀ ਜ਼ਰੂਰਤ ਹੈ, ਸਾਨੂੰ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ। ਮਲਾਕੀ ਦੇ ਵਿੱਚ ਉਹਦਾ ਤੀਸਰਾ ਚੈਪਟਰ ਉਹਦੀ 7ਵੀਂ ਆਇਤ ਵਿੱਚ ਇਦਾਂ ਦੱਸਦਾ ਹੈ। ਹਾਂਜੀ, ਮਲਾਕੀ ਜਿਹੜਾ ਐਂਡ ਤੇ ਓਲਡ ਟੈਸਟਮੈਂਟ ਵਿੱਚ ਵਾ, ਤੇ ਉਹਦਾ ਤੀਸਰਾ ਚੈਪਟਰ, ਮਲਾਕੀ ਤੀਸਰਾ ਚੈਪਟਰ 3rd ਚੈਪਟਰ ਵਰਸ 7 ਵਿੱਚ ਵਾ, ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਮੇਰੀਆਂ ਵਿਧੀਆਂ ਤੋਂ ਬੇਮੁਖ ਹੁੰਦੇ ਆਏ ਹੋ, ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ, ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾ ਦਾ ਯਹੋਵਾ ਆਖਦਾ ਹੈ। ਆਮੀਨ। ਕਹਿੰਦਾ ਤੁਸੀਂ ਮੇਰੇ ਵੱਲ ਨੂੰ ਮੁੜੋ, ਮੈਂ ਫਿਰ ਤੁਹਾਡੇ ਵੱਲ ਨੂੰ ਮੁੜੂੰਗਾ। ਸੋ ਅੱਜ ਜੋ ਤੁਸੀਂ ਸੁਣ ਰਹੇ ਆ, ਅੱਜ ਸਾਨੂੰ ਪਰਮੇਸ਼ਰ ਵੱਲ ਮੁੜਨ ਦੀ ਜ਼ਰੂਰਤ ਹੈ, ਅੱਜ ਸਾਨੂੰ ਗੇੜਾ ਖਾਣ ਦੀ ਜ਼ਰੂਰਤ ਹੈ। ਸੋ ਮੈਂ ਇਹ ਅੱਜ ਤਕੀਦ ਕਰਦਾ ਹਾਂ, ਤੁਸੀਂ ਅੱਜ ਪਰਮੇਸ਼ਰ ਵੱਲ ਨੂੰ ਮੁੜੋਗੇ, ਅੱਜ ਤੁਸੀਂ ਫੈਸਲਾ ਕਰੋਗੇ ਵੀ ਅਸੀਂ ਪਰਮੇਸ਼ਰ ਵੱਲ ਨੂੰ ਮੁੜਨਾ ਹੈ। ਜੇ ਤੁਸੀਂ ਕਰਨ ਨੂੰ ਤਿਆਰ ਆ, ਮੈਂ ਤੁਹਾਡੇ ਨਾਲ ਪ੍ਰੇ ਕਰੂੰਗਾ ਤੇ ਪਰਮੇਸ਼ਰ ਉਹ ਕੀ ਕਹਿੰਦਾ, ਮੈਂ ਤੁਹਾਡੇ ਵੱਲ ਨੂੰ ਮੁੜੂੰਗਾ, ਉਹ ਤੁਹਾਨੂੰ ਕਬੂਲ ਕਰ ਲੂਗਾ ਤੇ ਜੋ ਅੱਜ ਕੱਲ੍ਹ ਪਰਮੇਸ਼ਰ ਕਰ ਰਿਹਾ ਆ, ਉਹ ਤੁਹਾਡੀਆਂ ਵੀ ਅੱਖਾਂ ਖੋਲ ਦਊਗਾ ਤੇ ਤੁਸੀਂ ਵੀ ਦੇਖੋਗੇ ਵੀ ਕਿੰਨੇ ਮੌਜੇ ਕਰ ਰਿਹਾ, ਕਿੰਨੇ ਬੜੇ ਬੜੇ ਕੰਮ ਕਰ ਰਿਹਾ, ਤੇ ਤੁਸੀਂ ਸ਼ਾਰਪ ਰਹੋਗੇ, ਤਿਆਰ ਰਹੋਗੇ ਉਹਦੀ ਜਦੋਂ ਉਹਨੇ ਆਉਣਾ ਆ, ਤੇ ਅਸੀਂ ਭੁਲੇਖੇ ਵਿੱਚ ਨਾ ਹੋਵਾਂਗੇ, ਅਸੀਂ ਗਲਤੀ ਵਿੱਚ ਨਾ ਫਸਾਂਗੇ। ਸੋ ਪ੍ਰੇਜ਼ ਦ ਲਾਰਡ। ਮੈਂ ਪਹਿਲਾਂ ਸੁਰਿੰਦਰ ਨੇ 2 ਚੀਜ਼ਾਂ ਕਹਿਣੀਆਂ, ਫਿਰ ਮੈਂ ਪ੍ਰੇ ਕਰਨੀ। ਜੇ ਤੁਸੀਂ ਤਿਆਰ ਆ ਤੇ ਤੁਸੀਂ ਮੁੜਨਾ ਚਾਹੁੰਦੇ ਆ, ਤੇ ਜਦੋਂ ਮੈਂ ਪ੍ਰੇ ਕਰਨੀ ਆ ਤੇ ਉਦੋਂ ਹੀ ਤੁਸੀਂ ਤਿਆਰ ਰਹਿਣਾ, ਤੇ ਤੁਸੀਂ ਮੁੜਨ ਨੂੰ ਤਿਆਰ ਰਹਿਣਾ, ਤਾਂ ਮੈਂ ਪ੍ਰੇ ਕਰੂੰਗਾ ਤੇ ਆਪਾਂ ਇਕੱਠੇ ਰਲ ਕੇ ਤੇ ਪ੍ਰਭੂ ਦੇ ਵੱਲ ਨੂੰ ਆਵਾਂਗੇ ਤੇ ਉਹ ਆਪਣੇ ਤੇ ਕਿਰਪਾ ਕਰੂਗਾ। ਫਿਰ ਜਿਹੜਾ ਰਿਵਾਈਵਲ ਇਸ ਵੇਲੇ ਟੇਕ ਪਲੇਸ ਕਰ ਰਿਹਾ, ਜਿੱਥੇ ਤੁਸੀਂ ਰਹੇ ਆ ਉੱਥੇ ਵੀ ਹੋਊਗਾ, ਜਿੱਥੇ ਮੈਂ ਰਹਿ ਰਿਹਾ ਆ ਇੱਥੇ ਵੀ ਆਉਣਾ ਹੈ। ਕੋਈ ਵੀ ਜਗ੍ਹਾ ਇਸ ਦੁਨੀਆ ਤੇ ਹੈ ਨਹੀਂ ਜਿੱਥੇ ਰਿਵਾਈਵਲ ਨੇ ਨਹੀਂ ਟੱਚ ਕਰਨਾ ਹੈਗਾ, ਪਰ ਉਹਨਾਂ ਲੋਕਾਂ ਨੂੰ ਦਿਸਣਾ, ਉਹਨਾਂ ਲੋਕਾਂ ਨੂੰ ਪਤਾ ਲੱਗਣਾ ਜਿਨ੍ਹਾਂ ਨੇ ਉਹਦੇ ਵੱਲ ਨੂੰ ਮੁੜੇ ਆ ਤੇ ਉਹਦੇ ਨਾਲ ਚੱਲਣਾ ਚਾਹੁੰਦੇ ਆ। ਆਮੀਨ। ਹਾਂਜੀ ਸਰ, ਸੱਚੀ ਗੱਲ ਆ, ਬਾਰ-ਬਾਰ ਪ੍ਰਭੂ ਆਪਾਂ ਨੂੰ ਚੇਤਾਵਨੀ ਵੀ ਦੇ ਰਿਹਾ ਤੇ ਰਾਹ ਵੀ ਦੱਸਦੇ ਆ, ਕਿਉਂਕਿ ਉਹ ਧੀਰਜ ਵਾਲੇ ਪਰਮੇਸ਼ਵਰ ਆ। ਉਹ ਸਾਨੂੰ ਚਾਹੁੰਦੇ ਅਸੀਂ ਨਾਸ਼ ਵਾਲੇ ਰਾਹ ਤੇ ਨਾ ਜਾਈਏ, ਪਰ ਅਸੀਂ ਮੁੜ ਕੇ ਪ੍ਰਭੂ ਵੱਲ ਨੂੰ ਆ ਜਾਈਏ। ਤਾਂ ਹੀ ਉਹ ਕਹਿੰਦੇ, ਜੇ ਤੁਸੀਂ ਮੇਰੇ ਵੱਲ ਨੂੰ ਮੁੜੋਗੇ ਤਾਂ ਮੈਂ ਤੁਹਾਡੇ ਵੱਲ ਨੂੰ ਮੁੜੂੰਗਾ। ਆਮੀਨ। ਸੋ ਸਾਨੂੰ ਅੱਜ
ਪਹਿਲੀ ਗੱਲ, ਲੋਕ ਇਦਾਂ ਸੋਚਦੇ ਆ ਆਪਾਂ ਸਾਰੇ ਜਣੇ ਕਿ ਮੈਂ ਕੋਈ ਪਾਪ ਨਹੀਂ ਕੀਤਾ। ਪਾਪ ਇਹੀ ਆ ਜਦੋਂ ਅਸੀਂ ਪਰਮੇਸ਼ਰ ਦੇ ਵਿਰੁੱਧ ਹਾਂ। ਪਾਪ ਉਹੀ ਆ ਜਦੋਂ ਅਸੀਂ ਪਰਮੇਸ਼ਰ ਦੇ ਆਖੇ ਨਹੀਂ ਲੱਗਦੇ। ਪਾਪ ਉਹੀ ਆ ਜਦੋਂ ਸਾਡੇ ਕੋਲ ਸ਼ਾਂਤੀ ਨਹੀਂ ਹੈਗੀ, ਕਸਮਾਨ ਆ, ਕਿਉਂਕਿ ਵੈਰੀ ਨੇ ਸਾਡੀਆਂ ਅੱਖਾਂ ਤੇ ਪਰਦਾ ਪਾਤਾ। ਵੈਰੀ ਨੇ ਸਾਡੇ ਰਾਹ ਦੂਸਰੇ ਪਾਸੇ ਨੂੰ ਮੋੜੇ। ਸੋ ਜਦੋਂ ਅਸੀਂ ਪਰਮੇਸ਼ਰ ਵੱਲ ਨੂੰ ਨਹੀਂ ਹੈਗੇ, ਉਹ ਸਾਰੇ ਰਾਹ ਜਿਹੜੇ ਆ ਉਹ ਵੈਰੀ ਦੇ ਰਾਹ ਆ, ਤੇ ਅਸੀਂ ਉਸ ਪਾਪ ਦੀ ਮਜ਼ਦੂਰੀ ਦੇ ਵਿੱਚ ਜਾ ਰਹੇ ਹਾਂ। ਆਮੀਨ। ਸੋ ਪਰ ਪ੍ਰਭੂ ਚਾਹੁੰਦਾ ਆ ਕਿ ਤੁਹਾਡੇ ਤੇ ਕਿਰਪਾ ਹੋਵੇ, ਮੇਰੇ ਤੇ ਕਿਰਪਾ ਹੋਵੇ, ਆਮੀਨ। ਤਾਂ ਹੀ ਉਹ ਕਹਿੰਦਾ ਮੇਰੇ ਵੱਲ ਨੂੰ ਮੁੜੋ। ਜੇ ਆਪਾਂ ਨੂੰ ਕੁਛ ਚਾਹੀਦਾ ਹੋਵੇ ਤੇ ਆਪਾਂ ਨੂੰ ਪਤਾ ਹੋਵੇ, ਥਿਆ ਲੱਗੀ ਆ, ਤਾਂ ਇਨਸਾਨ ਘੜੇ ਵੱਲ ਨੂੰ ਜਾਂ ਟੈਪ ਵੱਲ ਨੂੰ ਜਾਂਦਾ ਕਿ ਮੈਂ ਇਹਦੇ ਵਿੱਚੋਂ ਪਾਣੀ ਪੀ ਲਵਾਂ। ਆਮੀਨ। ਜੇ ਆਪਾਂ ਨੂੰ ਪੈਸੇ ਚਾਹੀਦੇ ਆ ਤੇ ਆਪਾਂ ਉਹਦੇ ਕੋਲ ਜਾਂਦੇ, ਇਨਸਾਨ ਕੋਲ, ਜਿਹੜਾ ਸਾਡੀ ਮਦਦ ਕਰ ਸਕਦਾ ਆ। ਅੱਜ ਪਿਤਾ ਪਰਮੇਸ਼ਰ ਚਾਹੁੰਦੇ ਆ ਤੁਸੀਂ ਜਾਂ ਅਸੀਂ ਸਾਰੇ ਉਹਦੇ ਵੱਲ ਨੂੰ ਮੁੜੀਏ, ਆਮੀਨ। ਤਾਂ ਕਿ ਉਹ ਸਾਡੀ ਮਦਦ ਕਰ ਸਕੇ। ਜਿਹੜੀ ਬੇਦਾਰੀ ਦੀ ਗੱਲ ਆ, ਨਜਾਤ ਦੀ ਗੱਲ ਆ, ਉਹ ਕਿੱਦਾਂ ਸਾਰੀ ਦੁਨੀਆ 'ਚ ਆ ਸਕਦੀ ਆ? ਬਹੁਤ ਈਜ਼ੀ ਹੈ ਇਹਨੂੰ ਪਛਾਣਨਾ। ਕਰੋਨਾ ਇੱਕਦਮ ਸਾਰੀ ਦੁਨੀਆ ਵਿੱਚ ਫੈਲ ਗਿਆ, ਕਿਤੇ ਵੀ ਰਿਹਾ ਨਹੀਂ। ਪਰ ਕੁਛ ਲੋਕ ਬਚ ਗਏ ਜਿਹੜੇ ਪਰ ਆਪਣੇ ਆਪ ਨੂੰ ਪ੍ਰੇਜ਼ ਕਰਨ ਲੱਗ ਪਏ। ਕੁਛ ਲੋਕ ਬਚ ਗਏ ਜਿਨ੍ਹਾਂ ਉਹਨਾਂ ਤੋਂ ਪ੍ਰੇਜ਼ ਕਰ ਲਿਆ। ਅਸੀਂ ਵੀ ਅੱਜ ਪ੍ਰਭੂ ਵੱਲ ਨੂੰ ਮੁੜ ਸਕਦੇ ਹਾਂ, ਪ੍ਰੇਜ਼ Amen. ਕਰ ਸਕਦੇ ਹਾਂ, Yep. ਤੇ ਸਾਡੇ ਦਿਲਾਂ ਦੇ ਵਿੱਚ ਬੇਦਾਰੀ ਆ ਸਕਦੀ ਹੈ। ਸਾਰੀ ਦੁਨੀਆ ਵਿੱਚ ਇਦਾਂ ਹੋਣੀ ਹੈ ਕਿ ਆਪਾਂ ਸਾਰੀ ਦੁਨੀਆ ਦੇ ਵਿੱਚ ਉਹਦੇ ਲੋਕ ਫੈਲੇ ਹੋਏ ਆ। ਜਦੋਂ ਅਸੀਂ ਉਹਨੂੰ ਪੁਕਾਰਨਾ ਹੈ, ਪ੍ਰਭੂ ਮੇਰੇ ਰਾਹ ਜਿੱਥੋਂ ਵੀ ਮੈਂ ਗਲਤ ਹਾਂ, ਜ਼ਰੂਰੀ ਨਹੀਂ ਜਦੋਂ ਸਾਡੀਆਂ ਅੱਖਾਂ ਸ਼ੈਤਾਨ ਨੇ ਬੰਦ ਕੀਤੀਆਂ ਆ, ਪਰ ਪ੍ਰਭੂ ਦਾ ਆਤਮਾ ਜਦੋਂ ਸਾਡੇ ਵੱਲ ਨੂੰ ਪੁਕਾਰ, ਅਸੀਂ ਉਹਦੇ ਵੱਲ ਨੂੰ ਮੁੜਦੇ, ਤਾਂ ਪਰਮੇਸ਼ਰ ਦਾ ਆਤਮਾ ਸਾਡੇ ਵੱਲ ਨੂੰ ਘਾਇਲ ਕਰਦਾ ਹੈ ਸਾਨੂੰ, ਕਿਸੇ ਦੇ ਥਰੂ, ਕਿਸੇ ਟੀਵੀ ਦੇ ਪ੍ਰੋਗਰਾਮ ਥਾਣੀ, ਕਿਸੇ ਹੋਰ ਵਚਨ ਦੇ ਥਾਣੀ, ਤੇ ਸਾਨੂੰ ਉਸੇ ਵੇਲੇ ਉਹਨੂੰ ਪੁਕਾਰ ਲੈਣਾ ਚਾਹੀਦਾ ਹੈ। ਤੇ ਉਹ ਤੁਹਾਡੇ ਦਿਲ ਵਿੱਚ, ਮੇਰੇ ਦਿਲ ਵਿੱਚ, ਆਪਣੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਸਾਡੇ ਜਿਹੜੇ ਰਾਹ ਆ, ਗਲਤ ਰਾਹ ਆ, ਜਿਹੜੇ ਪਰਮੇਸ਼ਰ ਨੂੰ ਨਹੀਂ ਪਾਉਂਦੇ, ਆਮੀਨ। ਉਹ ਸਾਨੂੰ ਉਧਰ ਨੂੰ ਮੋੜ ਸਕਦਾ ਹੈ। Yep. ਸੋ ਮੇਰੇ ਖਿਆਲ ਦੇ ਵਿੱਚ ਕੋਈ ਪਾਪ ਜਿਹੜਾ ਖੂਨ ਵਾਲਾ ਪਾਪ ਨਹੀਂ, ਕਿ ਅਸੀਂ ਖੂਨ ਹੀ ਕੀਤਾ ਤਾਂ ਹੀ ਪਾਪ ਆ, ਅਸੀਂ ਅਡਲਟਰੀ ਕੀਤੀ ਹੈ ਤਾਂ ਹੀ ਪਾਪ ਆ। Yep. ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਆਤਮਾ ਅੱਜ ਕੱਲੇ ਜੀਵਨ ਨੂੰ ਦੱਸ ਰਿਹਾ ਆ ਕਿ ਕਿਹੜੀ ਘਾਟ ਆ। ਹਰੇਕ ਸਰੀਰ ਦੇ ਵਿੱਚ ਡਿਫਰੈਂਟ ਘਾਟ ਹੁੰਦੀ ਹੈ, ਤੇ ਸਾਡੀਆਂ ਆਤਮਾ ਦੇ ਵਿੱਚ ਵੀ ਡਿਫਰੈਂਟ ਘਾਟ ਆ। ਕਿਸੇ ਨੂੰ ਆਇਰਨ ਦੀ ਕਮੀ ਆ, ਕਿਸੇ ਨੂੰ ਕੈਲਸ਼ੀਅਮ ਦੀ ਕਮੀ ਆ, ਕਿਸੇ ਨੂੰ ਸ਼ੂਗਰ ਦੀ ਬਿਮਾਰੀ ਆ, ਤੇ ਉਹਨਾਂ ਨੂੰ ਸਾਰਿਆਂ ਨੂੰ ਡਿਫਰੈਂਟ ਤਰੀਕੇ ਨਾਲ ਕਿਉਰ ਕੀਤਾ ਜਾਂਦਾ ਹੈ, ਉਹਨਾਂ ਦਾ ਇਲਾਜ ਕੀਤਾ ਜਾਂਦਾ, ਉਹਨਾਂ ਨੂੰ ਪਰਹੇਜ਼ ਕਰਨ ਨੂੰ ਦੱਸਿਆ ਜਾਂਦਾ। ਇਦਾਂ ਹੀ ਸਾਡੀ ਆਤਮਾ ਆ, ਸਾਡੇ ਅੰਦਰ ਜਿਹੜੀ ਆਤਮਾ ਆ, ਪਰਮੇਸ਼ਰ ਦਾ ਆਤਮਾ ਸਾਨੂੰ ਘਾਇਲ ਕਰਦਾ, ਤੇਰੇ ਵਿੱਚ ਆਹ ਘਾਟ ਆ, ਤੇ ਉਹ ਚਾਹੁੰਦਾ ਅਸੀਂ ਉਸ ਘਾਟ ਨੂੰ ਪੂਰਾ ਕਰ ਸਕੀਏ। ਕਿੱਦਾਂ? ਉਹਦੇ ਵੱਲ ਨੂੰ ਮੁੜ ਕੇ, ਕਿ ਉਹਦੇ ਕੋਲ ਇਲਾਜ ਹੋ। ਆਮੀਨ। ਆਮੀਨ। ਸੋ ਸੱਚੀ ਪਾਪ ਨੂੰ ਬਹੁਤ ਵੱਡਾ ਨਹੀਂ ਸਮਝਣਾ, ਪਰ ਬਹੁਤ ਛੋਟਾ ਵੀ ਨਹੀਂ ਸਮਝਣਾ ਕਿ ਅਸੀਂ ਤੋਬਾ ਨਾ ਕਰੀਏ। ਅਸੀਂ ਪਰਮੇਸ਼ਰ ਵੱਲ ਨੂੰ ਮੁੜਿਆ ਹੀ ਹੈ ਜਦੋਂ ਉਹ ਸਾਡੇ ਤੇ ਸਾਨੂੰ ਜ਼ਾਹਰ ਕਰਦਾ ਆ। Yep. ਉਹਦੇ ਵਿੱਚ ਲਾਪਰਵਾਹੀ ਨਾ ਕਰੀਏ। ਚਾਹੇ ਉਹ ਸਾਡੀ, ਇੱਕ ਬੈਰੀ ਕਹਿੰਦਾ ਕੁਛ ਨਹੀਂ ਹੈਗਾ, ਇਹ ਬੈਰੀ ਕਹਿੰਦਾ ਅੱਖਾਂ ਤੇ ਪਰਦਾ ਮੈਂ ਪਾ ਦੇਣਾ ਹੈ। ਸਾਰੀ ਦੁਨੀਆ ਹੀ ਕਰਦੀ ਹੈ, ਪਾਸਟਰਸ ਵੀ ਕਰਦੇ ਆ, ਪ੍ਰੋਫਿਟਸ ਵੀ ਕਰਦੇ ਆ, ਜਾਂ ਆਮ ਲੋਕ ਵੀ ਕਰਦੇ। ਨਹੀਂ, ਆਪਾਂ ਦੇਖਣਾ ਪ੍ਰਭੂ ਦਾ ਆਤਮਾ ਆਪਾਂ ਨੂੰ ਕੀ ਕਹਿੰਦਾ। ਚਾਹੇ ਤੁਸੀਂ ਕਿਸੇ ਵੀ ਅਹੁਦੇ ਤੇ ਹੈਗੇ ਜਾਂ ਨਹੀਂ ਹੈਗੇ, ਪਰ ਤੁਸੀਂ ਇਨਸਾਨ ਹੋ, ਤੇ ਪਰਮੇਸ਼ਰ ਨੇ ਦੁਨੀਆ ਦੇ ਵਿੱਚ ਇਨਸਾਨਾਂ ਵਾਸਤੇ ਆਪਣੀ ਜਾਨ ਦਿੱਤੀ ਹੈ, ਤੇ ਉਹ ਦੁਨੀਆ ਦੇ ਵਿੱਚ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ। ਐਡਮ ਤਾਂ ਈਵ ਨੋਰਮਲ ਇਨਸਾਨ ਸੀਗੇ, ਪਰਮੇਸ਼ਰ ਨੇ ਆਪਣੇ ਸਰੂਪ ਤੇ ਬਣਾਏ ਸੀ। ਉਹਨਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ, ਜਦੋਂ ਪਰਮੇਸ਼ਰ ਦੇ ਆਕੇ ਨਹੀਂ ਲੱਗੇ, ਇਸ ਕਰਕੇ ਉਹਨਾਂ ਨੂੰ ਉੱਥੋਂ ਕੱਢਿਆ ਗਿਆ। ਪਰ ਉਹਦਾ ਨਾਲ ਪਰਮੇਸ਼ਰ ਨੇ ਉਪਾਅ ਵੀ ਕੀਤਾ ਕਿ ਜੇ ਇਹ ਮੈਂ ਉਪਾਅ ਕੀਤਾ ਤੇ ਉਹਦੇ ਵੱਲ ਨੂੰ ਮੁੜਿਆ ਹੈ, ਤੇ ਇਹ ਵੀ ਬਚ ਸਕਦੇ। ਅੱਜ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਹੀ ਹੋ, ਚਾਹੇ ਕੋਈ ਵੀ ਪਦਵੀ ਹੈ, ਕਿੰਨੇ ਅਮੀਰ ਹੋ, ਗਰੀਬ ਹੋ, ਕ੍ਰਿਸਚਨ ਹੋ ਜਾਂ ਨਹੀਂ, ਜਾਂ ਪਾਸਟਰਸ ਹੋ, ਜਾਂ ਇਵੈਂਜਲਿਸਟ ਹੋ, ਜਾਂ ਕੁਛ ਵੀ ਆ, ਪ੍ਰਭੂ ਦੀ ਸੇਵਾ ਕਰਦੇ ਆ ਜਾਂ ਨਹੀਂ ਕਰਦੇ, ਪ੍ਰਭੂ ਅੱਜ ਸਾਰਿਆਂ ਨੂੰ ਸੱਦਾ ਦੇ ਰਿਹਾ।
Amen. ਕਿ ਤੁਸੀਂ ਮੇਰੇ ਵੱਲ ਨੂੰ ਮੁੜ ਆਵੋ, ਤਾਂ ਅਸੀਂ ਉਸ ਬੇਦਾਰੀ ਦੇ ਵਿੱਚ ਸ਼ਾਮਲ ਹੋ ਜਾਈਏ ਤਾਂ ਕਿ ਹਰ ਰੋਜ਼ ਪ੍ਰਭੂ ਦਾ ਆਤਮਾ ਸਾਨੂੰ ਕਾਇਲ ਕਰ ਸਕੇ। Amen. ਆਮੇਨ। ਸੋ ਅੱਜ ਆਪਾਂ ਪ੍ਰਾਰਥਨਾ ਕਰਦੇ ਹਾਂ ਤੇ ਪ੍ਰਭੂ ਵੱਲ ਨੂੰ ਮੁੜਦੇ Yeah. Okay, ਆਪਾਂ ਹੁਣ ਪਹਿਲਾਂ ਇਹ ਪ੍ਰਾਰਥਨਾ ਕਰਦੇ ਹਾਂ ਵੀ ਜਿਹੜੇ ਪ੍ਰਭੂ ਵੱਲ ਨੂੰ ਮੁੜਨਾ ਚਾਹੁੰਦੇ ਆ, ਹਾਂ। ਜਿਹੜੇ ਇਸ ਵੇਲੇ ਆਪਣੇ ਕੰਮ ਪਾਪਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ, ਜਿਨ੍ਹਾਂ ਨੇ ਪਛਾਣ ਲਿਆ ਹਾਂਜੀ ਅਸੀਂ ਪਾਪ ਕੀਤਾ, ਜੇ ਅਸੀਂ ਇੱਦਾਂ ਹੀ ਚੱਲਦੇ ਰਹੇ ਅਸੀਂ ਨਰਕ ਨੂੰ ਚੱਲ ਜਾਣਾ, ਆਪਾਂ ਆਪਾਂ ਇਕੱਠੇ ਰਲ ਕੇ ਉਹਨਾਂ ਵਾਸਤੇ ਪਹਿਲਾਂ ਪ੍ਰੇ ਕਰਦੇ ਹਾਂ ਤੇ ਪ੍ਰਭੂ ਕਿਰਪਾ ਕਰੇ। ਫਿਰ ਆਪਾਂ ਜਿਹੜੇ ਬਿਮਾਰ ਆ, ਜਿਨ੍ਹਾਂ ਨੂੰ ਮਿਰਕਲ ਚਾਹੀਦੀ ਆ, ਇਹ ਵੀ ਬਹੁਤ ਵੱਡੀ ਮਿਰਕਲ ਆ, ਪਰ ਜਿਨ੍ਹਾਂ ਨੂੰ ਮਿਰਕਲ ਚਾਹੀਦੀ ਆ ਆਪਾਂ ਉਹਨਾਂ ਵਾਸਤੇ ਪ੍ਰੇ ਕਰਾਂਗੇ। ਪਰਮੇਸ਼ਰ ਮਿਰਕਲ ਕਰੂ, ਜਗਦੀਸ਼ ਨਹੀਂ ਕਰ ਸਕਦਾ ਹੈਗਾ, ਪਰ ਪਰਮੇਸ਼ਰ ਕਰੂਗਾ, ਕਰਕੇ ਉਹ ਤੁਹਾਡੇ ਨਾਲ ਆ। ਜਿੱਥੇ ਵੀ ਤੁਸੀਂ ਮੈਨੂੰ ਇਸ ਵੇਲੇ ਸੁਣ ਰਹੇ ਆ, ਇੰਡੀਆ ਵਿੱਚ ਹੋਵੇ, ਅਮਰੀਕਾ ਦੇ ਵਿੱਚ ਹੋਵੇ, ਕੈਨੇਡਾ ਦੇ ਵਿੱਚ ਹੋਵੇ, ਜਿੱਥੇ ਵੀ ਤੁਸੀਂ ਇਸ ਵੇਲੇ ਸੁਣ ਰਹੇ ਆ, ਪ੍ਰਭੂ ਉੱਥੇ ਹੀ ਆ, ਉੱਥੇ ਹੀ ਤੁਹਾਨੂੰ ਠੀਕ ਕਰ ਸਕਦਾ ਹੈ। ਸੋ ਫਿਰ ਆਪਾਂ ਉਹਦੇ ਵਾਸਤੇ ਵੀ ਪ੍ਰੇ ਕਰਾਂਗੇ। ਆਜੋ ਪਹਿਲਾਂ ਆਪਾਂ ਜਿਹੜੇ ਮੁੜਨਾ ਚਾਹੁੰਦੇ ਆ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ। ਥੈਂਕ ਯੂ ਫਾਦਰ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਮੇਰੇ ਭੈਣ ਭਰਾਵਾਂ ਨੇ ਬਹੁਤ ਇੱਕ ਵਧੀਆ ਕਲਾਮ ਸੁਣਿਆ ਹੈ, ਤਾਂ ਸਵਰਗ ਪਿਤਾ ਰੂਹ ਆਤਮਾ ਨੇ ਉਹਨਾਂ ਦੇ ਦਿਲਾਂ ਦੇ ਨਾਲ ਗੱਲ ਕੀਤੀ ਆ ਤੇ ਉਹਨੇ ਫੈਸਲਾ ਕੀਤਾ ਅਸੀਂ ਪਰਮੇਸ਼ਰ ਵੱਲ ਨੂੰ ਮੁੜਨਾ ਚਾਹੁੰਦੇ ਹਾਂ। ਸਵਰਗ ਪਿਤਾ ਤੁਸੀਂ ਉਹਨਾਂ ਤੇ ਕਿਰਪਾ ਕਰੋ, ਉਹਨਾਂ ਨੂੰ ਕਬੂਲ ਕਰ ਲਓ, ਉਹਨਾਂ ਦੇ ਪਾਪਾਂ ਨੂੰ ਮਾਫ ਕਰ ਦਿਓ, ਤਾਂ ਸਵਰਗ ਪਿਤਾ ਉਹਨਾਂ ਨੂੰ ਆਪਣੇ ਕਾਵੇ ਦੇ ਵਿੱਚ ਲੈ ਲਓ, ਉਹਨਾਂ ਨੂੰ ਮੁੜ ਕੇ ਫੇਰ ਆਪਣੇ ਬੇਟੇ ਬੇਟੀਆਂ ਬਣਾ ਲਓ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਅੱਜੇ ਅਸੀਂ ਪੜ੍ਹਿਆ ਸਵਰਗ ਪਿਤਾ ਤੁਹਾਡੇ ਬਚਨ ਦੇ ਵਿੱਚ, ਜਦੋਂ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਾਂਗੇ ਤੁਸੀਂ ਵਫਾਦਾਰ ਆ ਤੇ ਤੁਸੀਂ ਸਾਨੂੰ ਕਬੂਲ ਕਰ ਲਓਗੇ, ਤੁਸੀਂ ਸਾਨੂੰ ਮਾਫ ਕਰ ਦੋਗੇ। ਇਸ ਕਰਕੇ ਸਵਰਗ ਪਿਤਾ ਸਾਨੂੰ ਯਕੀਨ ਆ, ਪੱਕਾ ਭਰੋਸਾ ਆ, ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਆਪਣੇ ਪਾਪਾਂ ਦਾ ਇਕਰਾਰ ਕਰ ਰਹੇ ਆ, ਜਿੰਨਿਆਂ ਨੇ ਵੀ ਤੁਹਾਡੇ ਵੱਲ ਨੂੰ ਮੂੰਹ ਮੋੜਿਆ, ਤੁਸੀਂ ਉਹਨਾਂ ਦੇ ਪਾਪ ਮਾਫ ਕਰ ਰਹੇ ਆ, ਤੁਸੀਂ ਇਸ ਵੇਲੇ ਉਹਨਾਂ ਨੂੰ ਫ੍ਰੀ ਕਰ ਰਹੇ ਆ, ਇਸ ਵੇਲੇ ਆਜ਼ਾਦੀ ਦੇ ਰਹੇ ਆ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ। ਆਮੇਨ। ਹੁਣ ਆਪਾਂ ਉਹਨਾਂ ਵਾਸਤੇ ਪ੍ਰੇ ਕਰਾਂਗੇ ਜਿਹੜੇ ਮਿਰਕਲ ਚਾਹੁੰਦੇ ਆ। ਹੋ ਸਕਦਾ ਇਸ ਵੇਲੇ ਕੋਈ ਤੁਹਾਡੇ ਤੇ ਸਖਤ ਬਿਮਾਰੀ ਆਈ ਹੋਵੇ, ਹੋ ਸਕਦਾ ਆਪਰੇਸ਼ਨ ਡਿਪਰੈਸ਼ਨ ਹੋਵੇ, ਹੋ ਸਕਦਾ ਤੁਹਾਨੂੰ ਚੀਜ਼ਾਂ ਤੰਗ ਕਰਦੀਆਂ ਹੋਣ, ਜਾਂ ਹੋ ਸਕਦਾ ਪਰਿਵਾਰ ਦੇ ਵਿੱਚ ਇਸ ਵੇਲੇ ਬਹੁਤ ਗੜਬੜ ਹੋਈ ਆ, ਹੋ ਸਕਦਾ ਡਿਵੋਰਸ ਤੇ ਵੀ ਤੁਸੀਂ ਪਹੁੰਚੇ ਹੋ ਸਕਦਾ ਨਿਆਣਿਆਂ ਦੇ ਨਾਲ ਪ੍ਰੋਬਲਮ ਪਈ ਆ, ਪੇਰੈਂਟਸ ਦੇ ਨਾਲ ਪ੍ਰੋਬਲਮ ਪਈ ਹੋਈ ਆ, ਜਾਂ ਹੋਰ ਕੋਈ ਰਸਤੇ ਦੀ ਪ੍ਰੋਬਲਮ ਪਈ ਆ। ਆਪਾਂ ਪ੍ਰਭੂ ਨੂੰ ਕਹਿਣਾ ਤੇ ਉਹ ਤੁਹਾਡੀ ਮਦਦ ਕਰੂਗਾ, ਤੁਹਾਡੇ ਜੀਵਨ ਦੇ ਵਿੱਚ ਮਿਰਕਲਸ ਦੇ ਨਾਲ ਉਹ ਕੱਢ ਕੇ ਲਿਆਊਗਾ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਤੁਸੀਂ ਇੱਕ ਮਿਰਕਲ ਵਰਕਿੰਗ ਪਰਮੇਸ਼ਰ ਆ, ਜਿਹੜੇ ਬਹੁਤ ਬੜੇ ਮੌਜੇ ਕਰਦੇ ਆ। ਅੱਜ ਵੀ ਸਵਰਗ ਪਿਤਾ ਬਾਈਬਲ ਸਾਨੂੰ ਦੱਸਦੀ ਆ ਤੁਸੀਂ ਕਦੇ ਵੀ ਬਦਲਦੇ ਨਹੀਂ ਹੈਗੇ, ਜਿੱਦਾਂ ਤੁਸੀਂ ਪਿਛਲੇ ਜ਼ਮਾਨੇ ਸੀਗੇ ਉੱਦਾਂ ਦੇ ਤੁਸੀਂ ਆਉਣੇ ਆ, ਉੱਦਾਂ ਦੇ ਤੁਸੀਂ ਆਉਣ ਵਾਲੇ ਜ਼ਮਾਨੇ 'ਚ ਰਹਿਣਾ। ਇਸ ਕਰਕੇ ਸਵਰਗ ਪਿਤਾ ਪਿਛਲੇ ਜ਼ਮਾਨੇ 'ਚ ਅਸੀਂ ਬਹੁਤ ਪੜ੍ਹਦੇ, ਤੁਸੀਂ ਬਹੁਤ ਮਿਰਕਲਸ ਕਰਦੇ ਸੀ। ਅੱਜ ਵੀ ਸਵਰਗ ਪਿਤਾ ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਅੜੀਕ ਰਹੇ ਆ, ਜਿੰਨੇ ਵੀ ਕੈਂਸਰ ਦੇ ਥੱਲੇ ਜਾਂ ਹੋਰ ਕੋਈ ਬਿਮਾਰੀ ਨੇ ਫੜੇ ਹੋਏ ਆ, ਜਿੱਥੇ ਡਾਕਟਰਾਂ ਨੇ ਜਵਾਬ ਦਿੱਤਾ, ਜਿੱਥੇ ਮਦਦ ਨਹੀਂ ਹੋ ਸਕਦੀ, ਪਰ ਸਵਰਗ ਪਿਤਾ ਤੁਸੀਂ ਮਿਰਾਕਲਸਲੀ ਉਹਦੇ ਵਿੱਚੋਂ ਕੱਢ ਕੇ ਲਿਆਓ, ਮਿਰਾਕਲਸਲੀ ਉਹਨਾਂ ਨੂੰ ਉਹਦੇ ਵਿੱਚੋਂ ਛੁਟਕਾਰਾ ਦਿਓ। ਜਿੰਨੇ ਵੀ ਡਿਪਰੈਸ਼ਨ ਦੇ ਥੱਲੇ ਆ, ਜਿੰਨੇ ਵੀ ਈਵਲ ਸਪਿਰਿਟਸ ਨੇ ਉਹਨਾਂ ਜ਼ੋਰ ਪਾਇਆ ਆ, ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਤੋੜਦੇ ਆ, ਉਹਨਾਂ ਨੂੰ ਆਜ਼ਾਦ ਕਰਦੇ ਆ। ਤਾਂ ਸਵਰਗ ਪਿਤਾ ਜਿੰਨਿਆਂ ਦੇ ਪਰਿਵਾਰਾਂ ਦੇ ਵਿੱਚ ਕੋਈ ਨਾ ਕੋਈ ਮੁਸੀਬਤ ਆਈ ਹੋਈ ਆ, ਸਵਰਗ ਪਿਤਾ ਤੁਸੀਂ ਉੱਥੇ ਸ਼ਾਂਤੀ, ਤੁਸੀਂ ਉੱਥੇ ਧੀਰਜ ਲੈ ਕੇ ਆਓ, ਤੁਸੀਂ ਉਹਨਾਂ ਦੀ ਮਦਦ ਕਰੋ। ਤੁਸੀਂ ਨਹੀਂ ਚਾਹੁੰਦੇ ਪਰਿਵਾਰ ਜੁਦੇ ਹੋਣ, ਤੁਸੀਂ ਨਹੀਂ ਚਾਹੁੰਦੇ ਉਹਨਾਂ ਦੇ ਉਹ ਟੁੱਟ ਜਾਣ। ਸਵਰਗ ਪਿਤਾ ਤੁਸੀਂ ਚਾਹੁੰਦੇ ਰਸਤੇ ਕਾਇਮ ਰਹਿਣ, ਪਿਆਰ ਦੇ ਵਿੱਚ ਰਹਿਣ ਤੇ ਗਾਹਾਂ ਵੱਧਦੇ ਰਹਿਣ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ। ਆਮੇਨ, ਆਮੇਨ। ਜੀ ਪ੍ਰੇਜ਼ ਦ ਲਾਰਡ। ਖੁਸ਼ੀ ਦੀ ਗੱਲ ਹੈ ਕਿ ਪ੍ਰਭੂ ਅੱਜ ਵੀ ਆਪਣੇ ਤੇ ਕਿਰਪਾ ਕਰਦਾ ਹੈ, ਉਹ ਸਾਡੇ ਪਾਪਾਂ ਅਨੁਸਾਰ ਨਹੀਂ ਵਰਤਦਾ। ਸੋ ਆਪਾਂ ਇਹਦੇ ਬਾਰੇ ਸੋਚਣਾ ਆ, ਇੱਦਾਂ ਹੀ ਨਹੀਂ ਵੀ 4:30 ਹੋ ਗਿਆ ਤਾਂ ਆਪਾਂ ਫਿਨਿਸ਼ ਹੋ ਗਏ। ਇਸ ਬਚਨ ਨੂੰ ਆਪਣੇ ਅੰਦਰ ਲੈਣਾ ਤਾਂ ਕਿ ਸਾਨੂੰ ਪ੍ਰਭੂ ਦੀ ਆਤਮਾ ਉਦਾਂ ਹੀ ਕਾਇਲ ਕਰ ਸਕੇ ਜਿੱਦਾਂ ਉਹ ਚਾਹੁੰਦਾ ਹੈ। ਉਦੋਂ ਤੱਕ ਆਪਾਂ ਸਾਰਿਆਂ ਤੋਂ ਵਿਦਾਇ ਲੈਂਦੇ ਹਾਂ। ਧੰਨਵਾਦ ਕਰਦੇ ਤੁਹਾਡਾ ਇਸ ਪ੍ਰੋਗਰਾਮ ਨੂੰ ਜੁੜਨ ਲਈ, ਧੰਨਵਾਦ ਕਰਦੇ ਤੁਸੀਂ ਪ੍ਰਾਰਥਨਾ ਕਰਦੇ ਆ ਤੇ ਤੁਸੀਂ ਬਲੈਸਡ ਹੋਵੋ ਤੇ ਦੂਜਿਆਂ ਨੂੰ ਵੀ ਬਲੈਸ ਕਰੋ, ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਬੀ ਬਲੈਸਡ ਟੂ ਬਲੈਸ ਅਦਰ। ਆਮੇਨ, ਦੈਟਸ ਰਾਈਟ। ਸੋ ਜੋ ਕੁਝ ਤੁਹਾਡੇ ਕੋਲ ਹੈਗਾ ਉਹਦੇ ਵਿੱਚ ਪ੍ਰਭੂ ਵਾਧਾ ਕਰੇ ਤੇ ਤੁਸੀਂ ਉਹਦੇ ਵਿੱਚ ਬਲੈਸ ਹੋਵੋ ਤੇ ਦੂਜਿਆਂ ਨੂੰ ਵੀ ਬਲੈਸ ਕਰੋ। ਜੇ ਯਿਸੂ ਮਸੀਹ ਨਹੀਂ ਆਏ
ਤਾਂ ਆਪਾਂ ਸੰਡੇ ਨੂੰ ਫੇਰ ਮਿਲਾਂਗੇ ਜ਼ਰੂਰ। ਤੇ 3:30 ਵਜੇ ਸੰਡੇ ਨੂੰ ਤੇ Yeah. 3:30 ਵਜੇ ਫਰਾਈਡੇ ਨੂੰ, ਜੇ ਯਿਸੂ ਮਸੀਹ ਨਹੀਂ ਆਏ। Amen. ਜੇ ਆਏ ਤਾਂ ਆਪਾਂ ਫਿਰ ਸਵਰਗਾਂ ਦੇ ਵਿੱਚ ਸਾਰੇ ਇਕੱਠੇ ਉਹਦੇ ਨਾਲ ਮਿਲਾਂਗੇ। That's right. God bless you. Bless you. Link ਜ਼ਰੂਰ ਸ਼ੇਅਰ ਕਰਨਾ। Amen. Praise the Lord. Amen. Hallelujah.